ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਨੀਆਂ, ਕੁਝ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ। ਇਹਨਾਂ ਮੁੱਦਿਆਂ ਦੇ ਵਿੱਚ ਇੱਕ ਮੁੱਦਾ ਕੋਵਿਡ ਦਾ ਆ। ਕੋਵਿਡ ਦਾ ਮੁੱਦਾ ਖਤਮ ਹੋ ਗਿਆ ਸੀ, ਦੁਬਾਰਾ ਫੇਰ ਚਰਚਾ ਦੇ ਵਿੱਚ ਆ। ਹੁਣ ਨਵਾਂ ਕੀ ਹੋ ਰਿਹਾ, ਕਹਿੰਦੇ ਸੀ ਹਰਡ ਇਮਿਊਨਿਟੀ ਬਣ ਜਾਣੀ, ਉਹ ਬਣੀ ਕਿ ਨਹੀਂ, ਉਹਦੇ ਬਾਰੇ ਗੱਲਬਾਤ ਕਰਾਂਗੇ। ਇੱਕ ਫਲੇਅਰ ਏਅਰਲਾਈਨ ਆ ਕੈਨੇਡਾ ਦੇ ਵਿੱਚ ਚੱਲਦੀ, ਬਹੁਤ ਸਾਰੇ ਲੋਕ ਉਹਦੇ 'ਚ ਟਰੈਵਲ ਕੀਤੇ ਹੋਣਗੇ, ਬਹੁਤ ਸਸਤੀ ਆ, ਸ਼ਾਇਦ ਬੰਦ ਹੋ ਜਾਵੇ, ਉਹਦੇ 'ਤੇ ਸੰਕਟ ਹੈ। ਕੀ ਮਾਮਲਾ ਆ? ਕੈਨੇਡਾ ਦੀਆਂ ਬੈਂਕਾਂ ਦੇ ਵਿੱਚ ਭਰਤੀ ਕੀਤੀ ਜਾ ਰਹੀ ਹੈ, ਹੋਰ ਮੁਲਾਜ਼ਮ ਰਿਕਰੂਟ ਕਰ ਰਹੇ ਆ ਇਸ ਵੇਲੇ। ਈਸਟਰ ਤੋਂ ਪਹਿਲਾਂ ਚਾਕਲੇਟ ਜਿਹੜੇ ਬੱਚੇ ਖਾਂਦੇ ਆ, ਖਾਸ ਕਰ ਇੱਕ ਕਿੰਡਰ ਚਾਕਲੇਟ ਆ, ਉਹਨਾਂ ਨੂੰ ਦੁਬਾਰਾ ਰੀਕਾਲ ਕੀਤਾ ਗਿਆ। ਸ਼ਾਇਦ ਉਹਨਾਂ ਦੇ ਵਿੱਚ ਕੁਝ ਗੜਬੜੀ ਆ। ਇਹ ਕੀ ਮਾਮਲਾ ਆ? ਡਾਲਰ ਸਟੋਰ ਬਹੁਤ ਪੋਪੂਲਰ ਆ ਸਸਤੀਆਂ ਚੀਜ਼ਾਂ ਖਰੀਦਣ ਲਈ। ਅਮਰੀਕਾ ਦੇ ਵਿੱਚ ਡਾਲਰ ਸਟੋਰਾਂ ਦੇ ਉੱਤੇ ਜਿਹੜੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ ਉਹਦੇ ਵਿੱਚ ਪੋਇਜ਼ਨ ਆ, ਮਤਲਬ ਹਾਰਮਫੁਲ ਕੈਮੀਕਲਸ ਆ ਜਿਹੜੇ ਕਿ ਪੋਇਜ਼ਨ, ਜ਼ਹਿਰ ਦਾ ਰੂਪ ਅਖਤਿਆਰ ਕਰ ਲੈਂਦੇ ਆ। ਇਸ ਖਬਰ ਬਾਰੇ ਵੀ ਗੱਲਬਾਤ ਕਰਾਂਗੇ। ਰੂਸ ਯੂਕਰੇਨ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਇਸ ਵੇਲੇ ਕੀ ਹੋ ਰਿਹਾ। ਪਤਾ ਲੱਗ ਰਿਹਾ ਕਿ ਰੂਸ ਰਸਾਇਣਕ ਹਥਿਆਰਾਂ ਦਾ ਇਸਤੇਮਾਲ ਕਰ ਰਿਹਾ ਤੇ ਅਮਰੀਕਾ ਦੇ ਉੱਤੇ ਬਹੁਤ ਤਿੱਖੀ ਨਜ਼ਰ ਰੱਖ ਰਿਹਾ। ਇਹਦੇ ਬਾਰੇ ਵੀ ਪ੍ਰੋਗਰਾਮ ਦੇ ਆਖਰ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲੀ ਖਬਰ ਦੋਸਤੋ ਜਿਹੜੀ ਇਸ ਵੇਲੇ ਸਾਡੇ ਸਾਹਮਣੇ ਆ ਕਿ ਜਿਸ ਤਰੀਕੇ ਦੇ ਨਾਲ ਕੋਵਿਡ ਬਾਰੇ ਗੱਲਾਂ ਬਾਤਾਂ ਚੱਲੀਆਂ ਸੀ ਕਿ ਕੋਵਿਡ ਦੇ ਸ਼ੁਰੂ ਵੇਲੇ ਜਦੋਂ ਲੋਕ ਟਾਇਲਟ ਪੇਪਰ ਖਰੀਦ ਰਹੇ ਸੀ ਤੇ ਵੈਕਸੀਨ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ, ਉਸ ਸਮੇਂ ਦੋ ਤਿੰਨ ਗੱਲਾਂ ਦੇ ਵਿੱਚੋਂ ਇੱਕ ਗੱਲਬਾਤ ਬਹੁਤ ਪੋਪੂਲਰ ਹੋਈ ਸੀ, ਉਹਨੂੰ ਕਹਿੰਦੇ ਸੀ ਹਰਡ ਇਮਿਊਨਿਟੀ, HERD। ਹਰਡ ਇਮਿਊਨਿਟੀ ਦਾ ਮਤਲਬ ਇਹ ਸੀ ਕਿ ਜਦੋਂ ਸਾਰਿਆਂ ਨੂੰ ਹੀ ਕੋਵਿਡ ਹੋ ਗਿਆ, ਉਹ ਹੋਣ ਤੋਂ ਬਾਅਦ ਇਹਨੇ ਆਪਣੇ ਆਪ ਹੀ ਖਤਮ ਹੋ ਜਾਣਾ, ਸਾਰਿਆਂ ਦੇ ਵਿੱਚ ਇਮਿਊਨਿਟੀ ਬਣ ਜਾਣੀ ਹੈ। ਬੰਦੇ ਦੇ ਅੰਦਰ ਇਮਿਊਨਿਟੀ ਬਣਾਉਣ ਦੇ ਦੋ ਤਿੰਨ ਤਰੀਕੇ ਵਿਗਿਆਨੀਆਂ ਨੇ ਦੱਸੇ ਸੀ ਜਾਂ ਡਾਕਟਰਾਂ ਕੋਲੋਂ ਜਿਹੜੇ ਆਪਾਂ ਸੁਣੇ ਸੀ, ਉਹਨਾਂ ਦੇ ਵਿੱਚ ਇੱਕ ਤਾਂ ਇਹ ਸੀ ਕਿ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਵਿਅਕਤੀ ਦੇ ਅੰਦਰ ਵਾਇਰਸ ਭੇਜ ਦਿਓ ਜਿਹੜਾ ਕਿ ਵੈਕਸੀਨ ਆ, ਅਤੇ ਉਹਦੇ ਅੰਦਰ ਇਮਿਊਨਿਟੀ ਬਣ ਜਾਵੇ, ਉਸ ਵਾਇਰਸ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਵੇ। ਦੂਜਾ ਤਰੀਕਾ ਇਹ ਸੀ ਕਿ ਜਿਸ ਬੰਦੇ ਨੂੰ ਵਾਇਰਸ ਹੋ ਗਿਆ ਉਹਦੇ ਅੰਦਰ ਆਪਣੇ ਆਪ ਹੀ ਉਸ ਵਾਇਰਸ ਨਾਲ ਲੜਨ ਦੀ ਤਾਕਤ ਪੈਦਾ ਹੋ ਜਾਣੀ ਤੇ ਦੁਬਾਰਾ ਉਹਨੂੰ ਨਹੀਂ ਹੋਣੀ। ਅਤੇ ਜਦੋਂ ਸਾਰਿਆਂ ਨੂੰ ਹੀ ਹੋ ਗਿਆ ਇੱਥੇ ਆਪਣੇ ਸੁਸਾਇਟੀ ਦੇ ਵਿੱਚ, ਤਾਂ ਫਿਰ ਗੱਲ ਖਤਮ ਹੋ ਜਾਣੀ। ਇਹਨੂੰ ਹਰਡ ਇਮਿਊਨਿਟੀ ਕਹਿੰਦੇ ਸੀ। ਹੁਣ ਲੋਕ ਸਵਾਲ ਇਹ ਕਰ ਰਹੇ ਵੀ ਉਹ ਹਰਡ ਇਮਿਊਨਿਟੀ ਕਿੱਥੇ ਗਈ? ਕੀ ਹਰਡ ਇਮਿਊਨਿਟੀ ਬਣ ਗਈ? ਜੇ ਹਰਡ ਇਮਿਊਨਿਟੀ ਬਣ ਗਈ ਤਾਂ ਦੁਬਾਰਾ ਕੋਵਿਡ ਹੋਣਾ ਹੀ ਨਹੀਂ ਸੀ ਚਾਹੀਦਾ, ਪਰ ਕੋਵਿਡ ਫਿਰ ਦੁਬਾਰਾ ਹੋ ਰਿਹਾ ਆ ਇਸ ਵੇਲੇ। ਮਤਲਬ ਹੁਣ ਰੀਇਨਫੈਕਸ਼ਨ ਜਿਹੜੀ ਆ ਉਹ ਮੇਜਰ ਇਸ਼ੂ ਨਹੀਂ ਬਣਨਾ ਚਾਹੀਦਾ ਸੀ, ਜਿਹੜਾ ਕਿ ਵੱਡਾ ਇਸ਼ੂ ਇਸ ਵੇਲੇ ਬਣ ਰਿਹਾ ਹੈ। ਬਹੁਤ ਸ਼ੁਰੂ ਦੇ ਵਿੱਚ ਪੈਂਡੈਮਿਕ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਸੀਗੀਆਂ, ਜਿਨ੍ਹਾਂ ਦੇ ਵਿੱਚ ਸਵੀਡਨ, ਨੀਦਰਲੈਂਡ ਜਾਂ ਯੂਨਾਈਟਿਡ ਕਿੰਗਡਮ ਸੀ, ਇਹਨਾਂ ਸਰਕਾਰਾਂ ਦੀ ਇੱਕ ਪੋਲਿਸੀ ਸੀ, ਇਹ ਇਸ ਤਰੀਕੇ ਦੇ ਵਿੱਚ ਯਕੀਨ ਇਹ ਕਰਦੇ ਸੀ ਕਿ ਇਸ ਵਾਇਰਸ ਨੂੰ ਹੈਂਡਲ ਕਰਨ ਦਾ ਇੱਕ ਵਧੀਆ ਤਰੀਕਾ ਇਹ ਆ ਕਿ ਕੰਟਰੋਲਡ ਸਪਰੈਡ ਕੀਤਾ ਜਾਵੇ, ਕਿ ਇਨਫੈਕਸ਼ਨ ਹੋਵੇ ਲੋਕਾਂ ਨੂੰ, ਇੱਕ ਵਾਰੀ ਹੋ ਜਾਵੇ ਸਾਰਿਆਂ ਨੂੰ, ਪਰ ਕੰਟਰੋਲ ਤਰੀਕੇ ਨਾਲ ਹੌਲੀ ਹੌਲੀ ਇਹ ਇਨਫੈਕਸ਼ਨ ਸਾਰਿਆਂ ਦੇ ਵਿੱਚ ਫੈਲ ਜਾਵੇ ਅਤੇ ਅਲਟੀਮੇਟਲੀ ਉਹਦੇ ਨਾਲ ਜਿਹੜਾ ਇਹ ਯੰਗ ਅਤੇ ਹੈਲਦੀ ਜਿਹੜੇ ਲੋਕ ਹੈਗੇ ਆ, ਉਹਦੇ ਤੋਂ ਬਾਅਦ ਉਹਨਾਂ ਦੇ ਵਿੱਚ ਅੰਦਰ ਹਰਡ ਇਮਿਊਨਿਟੀ ਬਣ ਜਾਊਗੀ। ਇੱਕ ਸਟੇਟ ਆ ਜਾਊਗੀ ਜਿੱਥੇ ਜਾ ਕੇ, ਜਿਹਨੂੰ ਹਰਡ ਇਮਿਊਨਿਟੀ ਕਹਿੰਦੇ ਆ, ਕਿ ਫਿਰ ਇਹ ਵਾਇਰਸ ਨਹੀਂ ਫੈਲੂਗਾ। ਸੋ ਉਹ ਜਿਹੜਾ ਆਈਡੀਆ ਸੀ ਉਹ ਸ਼ਾਇਦ ਇਸ ਵੇਲੇ ਕੰਮ ਨਹੀਂ ਕਰ ਰਿਹਾ। ਇਹ ਜਿਹੜਾ ਕੌਨਸੈਪਟ ਸੀਗਾ ਇਹ ਵੈਕਸੀਨ ਤੋਂ ਬਾਅਦ ਸਾਡੇ ਕੋਲ ਆਇਆ। ਜਿਹੜੇ ਜਿੱਦਾਂ ਪਹਿਲਾਂ ਬੱਚਿਆਂ ਦੇ ਵਿੱਚ ਵੈਕਸੀਨ ਲੱਗਦੀ ਆ, ਮੀਜ਼ਲਸ ਦੀ, ਮੰਪਸ ਦੀ, ਰੁਬੈਲਾ ਦੀ, MMR ਜਿਹਨੂੰ ਕਹਿੰਦੇ ਆ, ਉਹਦੇ ਨਾਲ ਉਹ ਪ੍ਰੋਟੈਕਟ ਹੋ ਜਾਂਦੇ ਆ। ਇਸੇ ਤਰ੍ਹਾਂ ਹੀ SARS-CoV-2 ਜਿਹੜਾ ਆ ਉਹ ਲੋਕਾਂ ਨੂੰ ਇੱਕ ਵਾਰੀ ਜੇ ਇਨਫੈਕਟਡ ਕਰਦਾ ਆ ਤਾਂ ਜਿਹਨਾਂ ਨੂੰ ਵੈਕਸੀਨ ਲੱਗ ਗਈ ਆ ਉਹਨਾਂ ਨੂੰ ਇਹ ਦੁਬਾਰਾ ਨਹੀਂ ਹੋਣਾ ਚਾਹੀਦਾ। ਸੋ ਫਿਰ ਇਹ ਹਰਡ ਇਮਿਊਨਿਟੀ ਬਣ ਸਕਦੀ ਸੀ। ਹੁਣ ਕੋਵਿਡ ਨੂੰ ਜਿਹੜੇ ਜੇ ਅਮੀਰ ਦੇਸ਼ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਐਂਟੀਬੋਡੀ ਲੈਵਲ ਬਹੁਤ ਜ਼ਿਆਦਾ ਬਣ ਗਿਆ। ਇਨਫੈਕਸ਼ਨ ਹੋਣ ਤੋਂ ਬਾਅਦ ਬੰਦੇ ਦੇ ਅੰਦਰ ਜਿਹੜੀ ਉਸ ਵਾਇਰਸ ਨਾਲ ਲੜਨ ਦੀ ਤਾਕਤ ਆ ਉਹਨੂੰ ਐਂਟੀਬੋਡੀ ਲੈਵਲ ਕਹਿੰਦੇ ਆ। ਸੋ ਦੱਸਦੇ ਆ ਕਿ 90% ਇਹਨਾਂ ਅਮੀਰ ਦੇਸ਼ਾਂ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ ਹੈਗਾ, ਅਤੇ ਬ੍ਰਿਟਨ ਦੇ ਵਿੱਚ 98% ਤੱਕ ਪਹੁੰਚ ਗਿਆ। ਅਤੇ ਜੇ 98% ਉਹਨਾਂ ਦੇ ਅੰਦਰ ਐਂਟੀਬੋਡੀ ਲੈਵਲ ਪਹੁੰਚ ਗਿਆ, ਫਿਰ ਕਿਉਂ ਇਹ ਵਾਇਰਸ ਹੋ ਰਿਹਾ? ਇਹ ਇੱਕ ਇਸ ਵੇਲੇ ਸਵਾਲ ਲੋਕਾਂ ਦੇ ਕੋਲ ਆ ਕਿ ਡਾਕੂਮੈਂਟਡ ਰੀਇਨਫੈਕਸ਼ਨ ਜਿਹੜੀ ਸਾਹਮਣੇ ਆ ਰਹੀ ਆ, ਇਹ ਹੁਣ ਇਹ ਕਹਿ ਰਹੀ ਆ ਕਿ ਹਰਡ ਇਮਿਊਨਿਟੀ ਇੰਪੋਸੀਬਲ ਆ, ਅਸੰਭਵ ਆ, ਇਹ ਕਦੇ ਵੀ ਨਹੀਂ ਬਣਨੀ। ਹਰਡ ਇਮਿਊਨਿਟੀ ਕਦੇ ਵੀ ਨਹੀਂ ਬਣਨੀ। ਇਹਦਾ ਮਤਲਬ ਇਹ ਆ ਕਿ ਲਗਾਤਾਰ ਇਹ ਵਾਇਰਸ ਤੁਹਾਨੂੰ ਬਾਰ-ਬਾਰ ਹੁੰਦਾ ਰਹੂਗਾ। ਜੇਕਰ ਐਂਟੀਬੋਡੀ ਲੈਵਲ 100% ਦੇ ਉੱਤੇ ਵੀ ਪਹੁੰਚ ਜਾਵੇ, ਜਿਹੜਾ ਅਸੀਂ 90 ਜਾਂ 98% ਕਹਿ ਰਹੇ ਹਾਂ, ਫਿਰ ਵੀ ਹਰਡ ਇਮਿਊਨਿਟੀ ਨਹੀਂ ਬਣਨੀ। ਕਾਰਨ ਉਹਦੇ ਕਈ ਦੱਸੇ ਜਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਵਾਇਰਸ ਆਪਣੇ ਰੂਪ ਬਦਲ ਰਿਹਾ, ਉਹ ਹਰਡ ਇਮਿਊਨਿਟੀ ਨਹੀਂ ਬਣਨ ਦੇ ਰਿਹਾ ਅਤੇ ਇਨਫੈਕਸ਼ਨ ਜਿਹੜੀ ਦੁਬਾਰਾ ਹੋ ਰਹੀ ਆ। ਪਰ ਇੱਥੇ ਇਹ ਵੀ ਧਿਆਨ ਰੱਖਣ ਵਾਲੀ ਗੱਲ ਆ ਕਿ ਜਿਹੜੀ ਵੈਕਸੀਨ ਆ ਉਹਨੇ ਇਹਨੂੰ ਰੋਕ ਦਿੱਤਾ, ਇਹ ਹੁਣ ਮਾਰੂ ਨਹੀਂ ਰਿਹਾ। ਇਹ ਓਨਾ ਜ਼ਿਆਦਾ ਖਤਰਾ ਤੁਹਾਡੇ ਲਈ ਨਹੀਂ ਪੈਦਾ ਕਰ ਸਕਦਾ, ਚਾਹੇ ਉਹ ਓਮੀਕਰੋਨ ਆ, ਉਸ ਤੋਂ ਬਾਅਦ ਡੈਲਟਾ ਤੋਂ ਬਾਅਦ ਓਮੀਕਰੋਨ, ਇਹ ਲੋਕਾਂ ਨੂੰ ਮਾਰੂਗਾ ਨਹੀਂ।
ਜਿਹੜੇ ਅਨਵੈਕਸੀਨੇਟਡ ਹੈਗੇ ਆ, ਕਲੀਨਿਕਲੀ ਵਲਨੈਰੇਬਲ ਆ, ਉੱਥੇ ਤਾਂ ਇਹ ਥੋੜ੍ਹਾ ਜਿਹਾ ਨੁਕਸਾਨ ਕਰ ਸਕਦਾ, ਖਾਸ ਕਰ ਬਜ਼ੁਰਗਾਂ ਦੇ ਵਿੱਚ। ਪਰ ਆਮ ਲੋਕਾਂ ਦੇ ਵਿੱਚ ਇਸ ਚੀਜ਼ ਦੇ ਨਾਲ ਐਡਾ ਜ਼ਿਆਦਾ ਨੁਕਸਾਨ ਨਹੀਂ ਹੋਊਗਾ, ਭਾਵੇਂ ਇਹ ਲੋਕਾਂ ਨੂੰ ਦੂਜੀ ਵਾਰੀ ਹੋ ਵੀ ਜਾਵੇ। ਇਹ ਗੱਲਬਾਤ ਅਸੀਂ ਕਿਉਂ ਕਰ ਰਹੇ ਹਾਂ? ਕੈਨੇਡਾ ਦੇ ਵਿੱਚ ਇਸ ਵੇਲੇ ਹੌਸਪੀਟਲਾਈਜੇਸ਼ਨ ਵੱਧ ਰਹੀ ਹੈ। ਹੁਣ ਠੀਕ ਆ, ਇਹ ਨੁਕਸਾਨ ਨਹੀਂ ਕਰਦਾ, ਬੰਦੇ ਦੀ ਜਾਨ ਨਹੀਂ ਲੈਂਦਾ, ਪਰ ਹਸਪਤਾਲਾਂ ਦੇ ਵਿੱਚ ਵੱਧ ਰਹੀ ਗਿਣਤੀ ਚਿੰਤਾ ਪੈਦਾ ਕਰ ਰਹੀ ਹੈ। ਅਸੀਂ ਕੱਲ੍ਹ ਵੀ ਲਗਭਗ ਇਹੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਅਤੇ ਉਹੀ ਅਪਡੇਟ ਅੱਜ ਆ ਰਿਹਾ, ਸਾਰੇ ਪ੍ਰੋਵਿੰਸਿਸ ਤੋਂ ਆ ਰਿਹਾ, ਸਾਰੇ ਪ੍ਰੋਵਿੰਸਿਸ ਦੇ ਵਿੱਚ ਇਹ ਵੱਧ ਰਿਹਾ ਆ। ਔਰ ਮਾਸਕ, ਇੱਕ ਵਾਰੀ ਫਿਰ ਇਹਦੇ 'ਤੇ ਸਵਾਲ ਖੜੇ ਹੋਣ ਲੱਗ ਪਿਆ, ਖਾਸ ਕਰ ontario ਦੇ ਵਿੱਚ, ਕਿ ਕੀ ਇਹਦਾ ਕੀਤਾ ਜਾਊਗਾ। ਜਿਹੜਾ ਪਬਲਿਕ ਹੈਲਥ ਡਾਟਾ ਆ ਉਹ ਦੱਸ ਰਿਹਾ ਕਿ 6ਵੀਂ ਵੇਵ ਇਸ ਪੈਂਡੈਮਿਕ ਦੀ, ਉਹਦੀ ਜਿਹੜੀ ਰੂਪ ਆ, ਉਹਦਾ ਅਖਤਿਆਰ ਹੋਣਾ ਸ਼ੁਰੂ ਹੋ ਗਿਆ, ਉਹਦੀ ਰੂਪ ਰੇਖਾ ਬਣ ਰਹੀ ਹੈ ਜਾਂ ਦਿਸਣ ਲੱਗ ਪਈ ਆ ਵੀ ਇਹ ਕਿੱਦਾਂ ਦੀ ਬਣੂਗੀ। ਕੱਲ੍ਹ ਜਦੋਂ ਅਸੀਂ ਸੋਮਵਾਰ ਤੁਹਾਡੇ ਨਾਲ ਗੱਲ ਕਰ ਰਹੇ ਸੀ, ਤਾਂ 7 ਦਿਨ ਦੀ ਜਿਹੜੀ ਡੇਲੀ ਐਵਰੇਜ ਸੀਗੀ ਲੈਬ ਕਨਫਰਮਡ ਕੇਸਿਸ ਦੀ, ਉਹ 9843 ਸੀਗੀ, ਜਿਹੜੀ ਕਿ 50% ਅਪ ਸੀਗੀ ਪਿਛਲੇ 2 ਹਫ਼ਤਿਆਂ ਨਾਲੋਂ। ਇਸੇ ਤਰ੍ਹਾਂ ਹੌਸਪੀਟਲਾਈਜੇਸ਼ਨ ਵੱਧ ਰਹੀ ਹੈ, 4876 ਜਿਹੜੇ ਲੋਕ ਨੇ ਉਹ ਅੰਦਰ ਨੇ, ਅਤੇ 17% ਪਿਛਲੇ ਵੀਕ ਨਾਲੋਂ ਉੱਤੇ ਆ, ਅਤੇ 30% ਜਿਹੜਾ ਇਹ 2 ਹਫ਼ਤੇ ਪਹਿਲਾਂ ਨਾਲੋਂ ਉੱਤੇ ਆ। ਸੋ ਇਹ ਇੱਕ ਜਿਹੜਾ ਮਾਡਲ ਸਾਡੇ ਸਾਹਮਣੇ ਆ ਰਿਹਾ ਕਿ ਇਹ ਕਿੱਧਰ ਨੂੰ ਜਾ ਰਿਹਾ, ਅਤੇ ਕੀ ਇਹ ਕੇਸਿਸ ਕਿਸ ਤਰੀਕੇ ਨਾਲ ਵਧੇ ਜਾਣਗੇ। ਜਿਹੜੇ ਸਾਰੇ ਪ੍ਰੋਵਿੰਸ ਆ, ontario ਅਤੇ ਕੁਬੈਕ ਨੂੰ ਜੇਕਰ ਛੱਡ ਦਈਏ, ਇਹ ਕੋਵਿਡ-19 ਦੀ ਰਿਪੋਰਟਿੰਗ ਪਹਿਲਾਂ ਰੋਜ਼ ਕਰਦੇ ਸੀ। ਰੋਜ਼ ਆਪਾਂ ਦੇਖਦੇ ਸੀ ਬਾਅਦ ਦੁਪਹਿਰ ਕਿ ਇੰਨੇ ਕੇਸ ਹੋ ਗਏ, ਅੱਜ ਇੰਨੇ ਕੇਸ ਹੋ ਗਏ, ਮੁੜ ਕੇ ਹਫ਼ਤੇ ਬਾਅਦ ਹੋ ਗਿਆ ਸੀ ਵੀ ਵੀਕਲੀ ਕਰ ਦਿਓ, ਲੋੜ ਨਹੀਂ ਆ ਹੁਣ। ਜਿਹੜੀ ਬਹੁਤ ਸਾਰੀਆਂ ਮੈਜੋਰਿਟੀ ਜਿਹੜੀਆਂ ਜੁਰਿਡਿਕਸ਼ਨਸ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਇਹਨੂੰ ਉੱਥੇ ਤੱਕ ਕਰਨਾ ਸ਼ੁਰੂ ਕਰ ਦਿੱਤਾ ਸੀ। ਕੈਨੇਡਾ ਦੀ ਜਿਹੜੀ ਚੀਫ ਪਬਲਿਕ ਹੈਲਥ ਆਫਿਸਰ ਨੇ ਡਾਕਟਰ ਥਰੀਸਾ ਟੈਮ, ਉਹਨਾਂ ਨੇ ਆਪਣੇ ਇਸ ਤਰੀਕੇ ਦੇ ਨਾਲ ਦੱਸਿਆ ਆ ਕਿ ਜਿਹੜਾ ਸਬ ਵੇਰੀਐਂਟ ਇਹਦਾ ਓਮੀਕਰੋਨ ਦਾ ਹੈਗਾ BA.2, ਇਹ ਸਾਰੀ ਵੇਵ ਦੇ ਪਿੱਛੇ ਆ। ontario ਅਤੇ ਕੁਬੈਕ ਦੇ ਵਿੱਚ ਦੋਵਾਂ ਦੇ ਵਿੱਚ ਜਿਹੜੇ ਲਗਾਤਾਰ ਕੇਸ ਵਧੇ ਆ, 10 ਅਤੇ 20% ਪਿਛਲੇ ਹਫ਼ਤੇ ਦੇ ਵਿੱਚ, ਅਤੇ 30% ਜਿਹੜੀ ਹੌਸਪੀਟਲਾਈਜੇਸ਼ਨ ਦੋਵਾਂ ਪ੍ਰੋਵਿੰਸਿਸ ਦੇ ਵਿੱਚ ਵਧੀ ਹੈ। ਹੁਣ ਇਹ ਸਾਰੇ ਕੁਛ ਦੇ ਬਾਵਜੂਦ ਹੁਣ ਹੋਣਾ ਕੀ ਆ ਅੱਗੇ ਜਾ ਕੇ? ਜਿਹੜੀ ਪਹਿਲੀ ਪ੍ਰੈਸ ਕਾਨਫਰੰਸ 5 ਹਫ਼ਤਿਆਂ ਤੋਂ ਬਾਅਦ ਕੀਤੀ, ontario ਦੀ ਚੀਫ ਮੈਡੀਕਲ ਆਫਿਸਰ ਜਿਹੜੇ ਆਫ ਹੈਲਥ ਨੇ, ਉਹਨਾਂ ਨੇ ਸੋਮਵਾਰ ਨੂੰ ਇਹ ਗੱਲਬਾਤ ਕਹੀ ਸੀ ਕਿ ਅਸੀਂ ਦੁਬਾਰਾ ਮਾਸਕ ਮੈਂਡੇਟ ਨਹੀਂ ਲੈ ਕੇ ਆ ਰਹੇ, ਪਰ ਜਿਸ ਕਿਸਮ ਦਾ ਡਾਟਾ ਸਾਹਮਣੇ ਆ ਰਿਹਾ ਉਹ ਦੱਸਦਾ ਆ ਕਿ ਇਹ ਵਾਪਸ ਆ ਸਕਦੇ ਆ। ਅਤੇ ਇੱਕ ਗੱਲਬਾਤ ਇਹ ਕਿ ਜਿਹੜੀ ਹਰਡ ਇਮਿਊਨਿਟੀ ਆ, ਉਹਦਾ ਕੌਨਸੈਪਟ ਸ਼ਾਇਦ ਕਿਤੇ ਚਲਿਆ ਗਿਆ। ਹਰਡ ਇਮਿਊਨਿਟੀ ਜਿਹੜੀਆਂ ਕੁਛ ਮਾਹਰ ਕਹਿ ਰਹੇ ਆ ਕਿ ਹੁਣ ਕਦੇ ਵੀ ਇੱਥੇ ਬਣ ਨਹੀਂ ਸਕਦੀ। ਕਿਹਾ ਇਹ ਜਾ ਰਿਹਾ ਕਿ ਹੁਣ ਲੋਕਾਂ ਨੂੰ ਆਪ ਖਿਆਲ ਰੱਖਣਾ ਚਾਹੀਦਾ ਕਿ ਉਹਨੇ ਕਿੱਥੇ ਮਾਸਕ ਪਾਉਣਾ ਹੈ, ਕਿੱਥੇ ਮਾਸਕ ਨਹੀਂ ਪਾਉਣਾ। ਕਾਨੂੰਨ ਭਾਵੇਂ ਨਹੀਂ ਕਹਿੰਦਾ, ਪਰ ਫਿਰ ਵੀ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਕਿੱਥੇ ਜਿੰਨਾ ਕੁ ਤੁਹਾਨੂੰ ਬਚਾਅ ਦੀ ਲੋੜ ਆ। 47% ਕੈਨੇਡੀਅਨ ਨੇ ਜਿਹੜੀ 3rd ਡੋਜ਼ ਲੈ ਲਈ ਆ, 82% ਜਿਹੜੀ ਆ ਉਹ ਫੁੱਲੀ ਵੈਕਸੀਨੇਟਡ ਆ ਦੋਵੇਂ ਡੋਜ਼ਸ ਦੇ ਨਾਲ, ਪਰ ਫਿਰ ਵੀ ਦੁਬਾਰਾ ਰੀਇਨਫੈਕਸ਼ਨ ਦਾ ਹੋਣਾ ਚਿੰਤਾ ਵੀ ਪੈਦਾ ਕਰ ਰਿਹਾ, ਅਤੇ ਬਹੁਤ ਕੁਛ ਐਂਟੀਸਪੇਟ ਇਸ ਮਾਮਲੇ ਦੇ ਵਿੱਚ ਕੀਤਾ ਵੀ ਜਾ ਰਿਹਾ। ਮੁੱਕਦੀ ਗੱਲ, ਜਿੰਨਾ ਕੁ ਵਿਚਾਰ ਰੱਖ ਸਕਦੇ ਹਾਂ ਅਜੇ ਵੀ ਵਿਚਾਰ ਰੱਖੋ। ਹਰਡ ਇਮਿਊਨਿਟੀ ਕਿਤੇ ਨਹੀਂ ਬਣੀ, ਕੋਵਿਡ ਕਿਤੇ ਨਹੀਂ ਗਿਆ, ਇਨਫੈਕਸ਼ਨ ਬਾਰ-ਬਾਰ ਹੋ ਰਹੀ ਆ, ਔਰ ਉਸ ਇਨਫੈਕਸ਼ਨ ਦੇ ਕੁਝ ਕੇਸਿਸ ਦੇ ਵਿੱਚ ਲੌਂਗ ਟਰਮ ਇਫੈਕਟ ਵੀ ਸਾਹਮਣੇ ਆ ਰਹੇ ਨੇ। ਇੱਕ ਖਬਰ ਫਲੇਅਰ ਏਅਰਲਾਈਨ ਦੇ ਸੰਬੰਧ ਵਿੱਚ। ਫਲੇਅਰ ਏਅਰਲਾਈਨ ਇੱਕ ਇਹੋ ਜਿਹੀ ਏਅਰਲਾਈਨ ਆ ਜਿਹੜੀ ਬਹੁਤ ਸਸਤੀ ਪੈਂਦੀ ਆ। 2018 ਤੋਂ ਇਹਨਾਂ ਦੀਆਂ ਟਿਕਟਾਂ ਬਹੁਤ ਸਸਤੀਆਂ ਹੋ ਗਈਆਂ ਸੀ। ਮੰਨ ਲਓ ਤੁਸੀਂ ਇੱਥੋਂ ਐਬਸਫੋਰਡ ਤੋਂ ਐਡਮਿੰਟਨ ਜਾਣਾ ਤਾਂ $40 ਦੀ ਟਿਕਟ ਮਿਲ ਜਾਂਦੀ ਹੈ। ਇਸੇ ਤਰ੍ਹਾਂ ਹੀ ਇਹਨਾਂ ਨੇ ਵੈਨਕੂਵਰ ਤੋਂ ਟੋਰਾਂਟੋ ਜਾਣਾ, ਉਹ ਵੀ $70 ਜਾਂ $67 ਦੇ ਵਿੱਚ ਬੰਦਾ ਉੱਥੇ ਪਹੁੰਚ ਜਾਂਦਾ ਜੇ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਟਿਕਟਾਂ ਲੈ ਲੈਂਦੇ ਹੋ। ਮਤਲਬ ਇੰਨੀਆਂ ਜ਼ਿਆਦਾ ਸਸਤੀਆਂ ਟਿਕਟਾਂ ਪਹਿਲਾਂ ਨਹੀਂ ਹੁੰਦੀਆਂ ਸੀ। ਇਹ ਜਦੋਂ ਫਲੇਅਰ ਏਅਰਲਾਈਨ ਸ਼ੁਰੂ ਹੋਈ ਆ, ਇਹਨਾਂ ਨੇ ਕਾਫੀ ਜ਼ਿਆਦਾ ਟਿਕਟਾਂ ਜਿਹੜੀਆਂ ਉਹ ਸਸਤੀਆਂ ਕਰ ਦਿੱਤੀਆਂ ਸੀ, ਅਤੇ ਲੋਕ ਬਹੁਤ ਜ਼ਿਆਦਾ ਇਹਦੇ ਵਿੱਚ ਟਰੈਵਲ ਕਰਦੇ ਸੀਗੇ। ਇਹਦੇ ਵਿੱਚ ਭਾਵੇਂ ਕਿ ਉਹਦੇ ਵਿੱਚ ਜਿਹੜਾ ਤੁਸੀਂ ਲਗੇਜ ਲੈ ਕੇ ਜਾਂਦੇ ਉਹਦੇ ਐਕਸਟਰਾ ਚਾਰਜਸ ਹੁੰਦੇ ਆ, ਦੂਜੀਆਂ ਚੀਜ਼ਾਂ ਦੇ ਐਕਸਟਰਾ ਚਾਰਜਸ ਹੁੰਦੇ, ਪਰ ਫਿਰ ਵੀ ਜੇ ਤੁਸੀਂ $35-40 ਦੇ ਵਿੱਚ ਐਬਸਫੋਰਡ ਤੋਂ ਐਡਮਿੰਟਨ ਜਾਂ ਇੱਥੇ ਚਲੇ ਜਾਂਦੇ ਆ ਤਾਂ ਇਹਦੇ ਵਿੱਚ ਕਾਫੀ ਫਾਇਦਾ ਸੀਗਾ। ਹੁਣ ਏਅਰਲਾਈਨ ਦੇ ਉੱਤੇ ਕੋਈ ਸਵਾਲ ਉੱਠਣੇ ਸ਼ੁਰੂ ਹੋ ਗਏ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੱਲਦੀ ਰਹੂਗੀ ਜਾਂ ਨਹੀਂ ਰਹੂਗੀ। ਕਿਹਾ ਇਹ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਇਹ ਚੱਲਦੀ ਆ, ਪਰ ਇਹਦੇ ਬਹੁਤਾ ਆਪਰੇਸ਼ਨ ਜਿਹੜਾ ਉਹ ਅਮਰੀਕਾ ਤੋਂ ਕੰਟਰੋਲ ਹੋ ਰਿਹਾ। ਜਿਹੜਾ ਇਹਨਾਂ ਦਾ ਪਾਰਟਨਰ ਹੈ ਅਮਰੀਕਾ ਦੇ ਵਿੱਚ, ਜਿਹੜਾ ਪ੍ਰੀਲਿਮਿਨਰੀ ਰਿਵਿਊ ਕੀਤਾ ਗਿਆ ਇਹਦਾ, ਜਿਹੜਾ ਸਾਡੇ ਕੈਨੇਡਾ ਦੀ ਟਰਾਂਸਪੋਰਟੇਸ਼ਨ ਮਹਿਕਮਾ ਆ, ਉਹਨਾਂ ਨੇ ਜਦੋਂ ਇਹਨੂੰ ਦੱਸਿਆ ਆ, ਸੋ ਹੁਣ 3 ਮਈ ਤੋਂ ਬਾਅਦ ਇਹਨਾਂ ਦਾ ਫੈਸਲਾ ਹੋਣਾ। ਇੱਕ ਗੱਲ ਤੇ ਇਹ ਵੀ, ਜਿਨ੍ਹਾਂ ਨੇ ਫਲੇਅਰ ਏਅਰਲਾਈਨ ਦੀਆਂ ਟਿਕਟਾਂ ਖਰੀਦੀਆਂ 3 ਮਈ ਤੱਕ, ਤੇ ਇੰਸ਼ੋਰੈਂਸ ਨਾਲ ਜ਼ਰੂਰ ਬਾਏ ਕਰ ਲਓ, ਕਿਉਂਕਿ 3 ਮਈ ਤੋਂ ਬਾਅਦ ਜੇ ਇਹ ਬੰਦ ਹੋ ਗਈ, ਰੁਕ ਗਈ ਜਾਂ ਕੁਛ ਹੋ ਗਿਆ, ਤਾਂ ਫਿਰ ਤੁਹਾਨੂੰ ਉਹ ਕੈਂਸਲ ਜਿਹੜਾ ਹੈਗਾ, ਕੋਈ ਸਮਰ ਪਲਾਨ ਕੀਤਾ ਤਾਂ ਉਹਦੇ ਉਸ ਪਾਸੇ ਨੂੰ ਤੁਹਾਨੂੰ ਸੋਚਣਾ ਪਊਗਾ। ਸੋ ਦੂਜਾ ਇਹ ਆ ਕਿ
ਇਹ ਕਿਤੇ ਨਾ ਕਿਤੇ ਟਰਾਂਸਪੇਰੈਂਸੀ ਦਾ ਮਾਮਲਾ ਆ ਵੀ ਇਹਦੇ ਮਾਲਕ ਕੈਨੇਡੀਅਨ ਆ ਕਿ ਅਮਰੀਕਨ ਨੇ। ਜੇ ਤਾਂ ਕੈਨੇਡਾ ਦੀ 에ਅਰਲਾਈਨ ਆ ਤੇ ਇਹਦੇ ਉੱਤੇ ਹੋਰ ਨਿਯਮ ਲਾਗੂ ਹੋਣਗੇ, ਜੇ ਅਮਰੀਕਾ ਦੀ ਆ ਤੇ ਇਹਦੇ ਉੱਤੇ ਹੋਰ ਨਿਯਮ ਲਾਗੂ ਹੋਣਗੇ। 3 ਮਈ ਤੋਂ ਬਾਅਦ ਇਹਦਾ ਫੈਸਲਾ ਆਊਗਾ, ਉਦੋਂ ਫਿਰ ਸੰਕਟ ਜਿਹੜਾ ਥੋੜ੍ਹਾ ਜਿਹਾ ਆ ਸਕਦਾ ਆ। ਉੱਦਾਂ ਜਿਹੜੀ ਫਲੇਅਰ 에ਅਰਲਾਈਨ ਆ ਐਡਮੰਟਨ ਬੇਸਡ ਆ ਅਲਬਰਟਾ ਦੇ ਵਿੱਚ, ਤੇ ਬਹੁਤ ਸਾਰੇ ਰੂਟਸ ਜਿਹੜੇ ਹੈਗੇ ਆ ਕੈਨੇਡਾ ਦੇ ਵਿੱਚ, ਨਾਰਥ ਅਮਰੀਕਾ ਡੈਸਟੀਨੇਸ਼ਨਸ ਜਿਹੜੇ ਕਈ ਵਾਰੀ ਘੱਟ ਪੋਪੂਲਰ ਹੁੰਦੇ, ਉੱਥੇ ਵੀ ਇਹ ਚੱਲਦੀ ਹੈ। 2005 ਦੇ ਵਿੱਚ ਸ਼ੁਰੂ ਹੋਈ ਸੀ, 2018 ਦੇ ਵਿੱਚ ਇਹਨਾਂ ਨੇ ਜੁਆਇਨ ਕੀਤਾ ਸੀ ਜਿਹੜੀ ਅਲਟਰਾ ਲੋ ਕਾਸਟ ਕੈਰੀਅਰ ਨੂੰ, ULCC ਜਿਹਨੂੰ ਕਹਿੰਦੇ ਆ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਵੈਸਟਜੈਟ ਦਾ, ਸਵੂਪ, ਲਿੰਕਸ, ਇਹ ਵੀ 에ਅਰਲਾਈਨਸ ਨਾਲ ਸੀਗੀਆਂ। ਸੋ ਫਲੇਅਰ ਲਾਈਨਸ ਜਿਹੜੀ ਇੱਕ ਟਰੈਵਲ ਸੀਗੀ ਜਿਹਦਾ $70 ਦੇ ਵਿੱਚ, ਜਿੱਦਾਂ ਪਹਿਲਾਂ ਦੱਸਿਆ ਟੋਰਾਂਟੋ ਤੋਂ ਵੈਨਕੂਵਰ ਇਹ ਲੈ ਜਾਂਦੀ ਹੈ। ਇਸ ਵੇਲੇ ਇਹਨਾਂ ਕੋਲ 13 ਬੋਇੰਗ 373 에ਅਰਕ੍ਰਾਫਟ ਦਾ ਫਲੀਟ ਆ, ਪਰ ਇਹ ਕਹਿੰਦੇ ਕਿ 50 ਅਸੀਂ ਹੋਰ ਐਡ ਕਰ ਦੇਣੇ 2025 ਤੱਕ। ਤੇ ਇਹ ਫਲੀਟ ਐਡ ਵਧਾਉਣ ਦੇ ਲਈ ਇਹਨਾਂ ਨੂੰ ਫੈਡਰਲ ਸਪੋਰਟ ਵੀ ਮਿਲ ਰਹੀ ਹੈ। $11 ਮਿਲੀਅਨ ਦੱਸਦੇ ਆ ਗ੍ਰਾਂਟ ਇਹਨਾਂ ਨੂੰ ਰੀਜਨਲ ਏਅਰ ਟਰਾਂਸਪੋਰਟੇਸ਼ਨ ਤੋਂ ਮਿਲਣੀ ਆ। ਉਹ ਵੀ ਇੱਕ ਗੱਲਬਾਤ ਇਹਦੇ ਨਾਲ ਹੀ ਹੁਣ ਸਵਾਲ ਉਹਦੇ ਵਿੱਚ ਪਾਸੇ ਚਲੇ ਜਾਂਦਾ ਵੀ ਜੇ ਕੈਨੇਡਾ ਦੀ 에ਅਰਲਾਈਨ ਹੀ ਨਹੀਂ ਹੈ ਤੇ ਇਹਨਾਂ ਨੂੰ ਫਿਰ ਉਹ ਮਦਦ ਕਿਸ ਤਰੀਕੇ ਨਾਲ ਮਿਲ ਸਕਦੀ ਹੈ। ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਜਿਹੜੀ CTA ਆ, ਉਹ ਦੱਸ ਰਿਹਾ ਕਿ 에ਅਰਲਾਈਨ ਇੰਡਸਟਰੀ ਦੇ ਵਿੱਚ 2021 ਦੇ ਵਿੱਚ ਇਹਨੂੰ ਜਦੋਂ ਰਿਵਿਊ ਕੀਤਾ ਸੀ ਫਲੇਅਰ 에ਅਰਲਾਈਨ ਨੂੰ, ਤਾਂ ਇਹ ਜਿਹੜੀਆਂ ਕੈਨੇਡਾ ਦੇ ਵਿੱਚ ਮਾਲਕ ਬਣਨ ਦੇ ਲਈ ਜਿਹੜੇ ਤੁਹਾਨੂੰ ਇੱਕ ਦੱਸਣਾ ਪੈਂਦਾ ਜਾਂ ਜਿਹੜੇ ਉਹਦੀ ਘੱਟੋ ਘੱਟ ਰਿਕੁਆਇਰਮੈਂਟ ਆ ਉਹਨੂੰ ਮੀਟ ਨਹੀਂ ਕਰਦੇ। ਮਤਲਬ ਕਿੰਨਾ ਇਹਨਾਂ ਦਾ ਪੈਸਾ ਕੈਨੇਡਾ ਦੇ ਵਿੱਚ ਆ, ਕਿੰਨੇ ਇਹਨਾਂ ਦੇ ਬੰਦੇ ਕੈਨੇਡਾ ਦੇ ਵਿੱਚ ਨੇ, ਕਿੱਥੋਂ ਆਪਰੇਸ਼ਨ ਚੱਲ ਰਿਹਾ, ਉਹਦੀ ਜਿਹੜੀ ਇੱਕ ਮਿਨੀਮਮ ਰਿਕੁਆਇਰਮੈਂਟ ਆ ਉਹ ਕੈਨੇਡਾ ਦੇ ਵਿੱਚ ਪੂਰੀ ਨਹੀਂ ਕਰ ਰਹੇ, ਤੇ ਇਸ ਕਰਕੇ ਰਿਵਿਊ ਦੇ ਵਿੱਚ ਪੈ ਗਏ ਸੀ। ਹੁਣ ਇਹਦੇ ਤੋਂ ਬਾਅਦ ਮਿਆਮੀ ਬੇਸਡ ਇੱਕ ਇਹਨਾਂ ਦੇ US ਦੇ ਵਿੱਚ ਪਾਰਟਨਰ ਆ 777 777 ਕਰਕੇ ਆ, ਉਹਨਾਂ ਨੇ 에ਅਰਲਾਈਨ ਦੇ ਵਿੱਚ 2018 ਦੇ ਵਿੱਚ ਇਨਵੈਸਟ ਕੀਤਾ ਸੀ। US ਕੰਪਨੀ ਕੋਲ ਹੋਰ ਵੀ ਜਿਹੜੇ ਇਹ ਫਲੀਟ ਹੈਗੇ ਆ, ਤੇ ਹੁਣ ਇਹਦੇ ਤੋਂ ਬਾਅਦ ਜਿਹੜੀ ਡਿਸੀਜਨ ਇਸ ਮਾਮਲੇ ਦੇ ਉੱਤੇ ਕਿ ਕਿੰਨਾ ਮਿਆਮੀ ਬੇਸਡ ਉਸ ਕੰਪਨੀ ਦਾ ਇਹਦੇ ਵਿੱਚ ਸ਼ੇਅਰ ਆ, ਕਿੰਨਾ ਕੈਨੇਡਾ ਦੀ ਇਸ ਕੰਪਨੀ ਦਾ ਸ਼ੇਅਰ ਆ, 3 ਮਈ 2022 ਨੂੰ ਡਿਸੀਜਨ ਹੋ ਜਾਣਾ। ਤੇ ਉਹਦੇ ਤੋਂ ਬਾਅਦ ਫਿਰ ਪਤਾ ਲੱਗੂਗਾ ਵੀ ਕੀ ਇਹਨੂੰ ਕੈਨੇਡੀਅਨ ਕੰਪਨੀ ਕੰਟਰੋਲ ਕਰ ਰਹੀ ਹੈ ਜਾਂ ਅਮਰੀਕਨ ਕੰਪਨੀ ਕੰਟਰੋਲ ਕਰ ਰਹੀ ਹੈ। ਜੇ ਅਮਰੀਕਨ ਕੰਪਨੀ ਕੰਟਰੋਲ ਕਰ ਰਹੀ ਹੈ ਤਾਂ 3 ਮਈ ਤੋਂ ਬਾਅਦ ਇਹਦਾ ਆਪਰੇਸ਼ਨ ਨਹੀਂ ਚੱਲੂਗਾ, ਜਾਂ ਇਹਦੇ ਉੱਤੇ ਕੁਝ ਪਾਬੰਦੀਆਂ ਲੱਗਣਗੀਆਂ, ਉਹਦੇ ਨਾਲ ਕੁਝ ਜਿਹੜੀ ਸਮੱਸਿਆ ਆ ਉਹ ਆ ਸਕਦੀ ਹੈ। ਸੋ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਡੈਸਟੀਨੇਸ਼ਨਸ ਦੇ ਉੱਤੇ ਟਰੈਵਲ ਕਰਦੇ ਆ, ਜਿਹੜੇ ਇਹਦੇ ਉੱਤੇ, ਕਿਉਂਕਿ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਪਊਗਾ। ਤੇ ਇਹ ਵੀ ਗੱਲ ਹੈ ਕਿ ਸਿੱਧੇ 1000 ਬੰਦਾ ਤਾਂ ਸਿੱਧਾ ਇਹਨਾਂ ਦੇ ਵਿੱਚ EMPLOYEE ਆ, ਮਤਲਬ ਜਿਹੜਾ ਉਹਦੇ ਉੱਤੇ ਸਿੱਧਾ ਡਾਇਰੈਕਟ ਜੌਬਸ ਹੈਗੀਆਂ ਜਿਹਦੇ ਉੱਤੇ ਅਸਰ ਪੈ ਸਕਦਾ। ਹੋਰ ਹਜ਼ਾਰਾਂ ਨੌਕਰੀਆਂ ਜਿਹੜੀਆਂ ਇਹਦੇ ਆਪਰੇਸ਼ਨ ਬੰਦ ਹੋਣ ਦੇ ਨਾਲ ਰੁਕ ਸਕਦੀਆਂ। ਸੋ ਇਸ ਵੇਲੇ ਇਹ ਖਬਰ ਕਾਫੀ ਚਰਚਾ ਦੇ ਵਿੱਚ ਆ ਕਿ ਫਲੇਅਰ 에ਅਰਲਾਈਨ 3 ਮਈ ਤੋਂ ਬਾਅਦ ਜੇ ਟਿਕਟ ਲਈ ਹੈ ਤਾਂ ਉਹਦਾ ਇੰਸ਼ੋਰੈਂਸ ਨਾਲ ਖਰੀਦੋ, ਕੋਈ ਨਾ ਕੋਈ ਸਮੱਸਿਆ ਨਹੀਂ ਤਾਂ ਆ ਸਕਦੀ ਆ। ਕੈਨੇਡਾ ਦੀਆਂ ਬੈਂਕਾਂ ਦੇ ਵਿੱਚ ਬਹੁਤ ਸਾਰੀ ਭਰਤੀ ਕੀਤੀ ਜਾ ਰਹੀ ਹੈ, ਬਹੁਤ ਸਾਰੀ ਹਾਇਰਿੰਗ ਇਸ ਵੇਲੇ ਚੱਲ ਰਹੀ ਹੈ। ਭਾਵੇਂ ਲੇਬਰ ਮਾਰਕੀਟ ਬਹੁਤ ਟਾਈਟ ਆ ਇਸ ਵੇਲੇ, ਪਰ ਫਿਰ ਵੀ ਜਿਹੜੀਆਂ ਡਿਜੀਟਲ ਕੈਪੇਬਿਲਿਟੀਜ਼ ਆ ਉਹਨਾਂ ਨੂੰ ਬੂਸਟ ਕਰਨ ਦੇ ਲਈ ਉਹ ਹਾਇਰਿੰਗ ਕਰ ਰਹੇ ਆ। ਐਕਸਪੈਂਸ਼ਨ ਇਹ ਕਈ ਕਿਸਮ ਦੇ ਕੰਮ ਕਰਕੇ ਹੋ ਰਹੀ ਹੈ। ਇੱਕ ਪਾਸੇ ਮਹਿੰਗਾਈ ਜ਼ਿਆਦਾ ਵੱਧ ਰਹੀ ਆ, ਪ੍ਰੋਫਿਟ ਮਾਰਜਨ ਦਾ ਰੌਲਾ ਵੀ ਆ, ਤੇ ਜਿਹੜਾ ਇਹ ਜਿਹੜੀ ਇਨਵੈਸਟਮੈਂਟ ਆ ਉਹਦੇ ਵਿੱਚ ਕਾਫੀ ਜ਼ਿਆਦਾ ਮੁਲਾਜ਼ਮਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ, ਸਟਾਫ ਐਡ ਕੀਤਾ ਜਾ ਰਿਹਾ। ਉਹਦਾ ਕਾਰਨ ਇਹ ਆ ਕਿ ਜਿਹੜੇ ਕਲਾਇੰਟਸ ਨੇ, ਜਦੋਂ ਹੁਣ ਇੰਟਰਸਟ ਰੇਟ ਵਧਣਾ ਆ, ਉਹਨਾਂ ਨੂੰ ਜ਼ਿਆਦਾ ਸਲਾਹ ਦੀ ਲੋੜ ਆ, ਐਡਵਾਈਸ ਚਾਹੀਦੀ ਆ, ਉਹਨਾਂ ਨੂੰ ਪਰਸਨਲਾਈਜ਼ ਸੋਲੂਸ਼ਨ ਚਾਹੀਦੀ। ਹਰ ਇੱਕ ਬੰਦੇ ਨੂੰ ਉਹਦੀ ਆਪਣੀ ਕਿਸਮ ਦਾ ਮਸਲੇ ਦਾ ਹੱਲ ਚਾਹੀਦਾ, ਤੇ ਉਹ ਮਸਲੇ ਦਾ ਹੱਲ ਕਰਨ ਲਈ ਉਨਾ ਜ਼ਿਆਦਾ ਸਟਾਫ ਚਾਹੀਦਾ ਹੈ। ਤੇ ਫਿਰ ਲੌਂਗ ਟਰਮ ਗਰੋਥ ਦੇ ਲਈ ਉਹ ਕਹਿੰਦੇ ਅਸੀਂ ਇਸ ਵੇਲੇ ਐਡ ਕਰ ਰਹੇ ਹਾਂ। ਜਿਹੜੀਆਂ ਟੌਪ 5 ਬੈਂਕਾਂ ਨੇ ਕੈਨੇਡਾ ਦੀਆਂ, ਜਿਹੜੀਆਂ ਮੋਹਰਲੀਆਂ 5 ਬੈਂਕਾਂ ਨੇ, ਉਹਨਾਂ ਨੇ ਫੁੱਲ ਟਾਈਮ ਆਪਣਾ ਜਿਹੜਾ ਪੋਜੀਸ਼ਨਸ ਆ ਉਹਦੇ ਵਿੱਚ ਵਾਧਾ ਕੀਤਾ। 1,71,730 ਪਹਿਲੇ ਕੁਆਰਟਰ ਦੇ ਵਿੱਚ 2022 ਦੇ ਵਿੱਚ ਉਹਨਾਂ ਦੀ ਗਿਣਤੀ ਹੈ, ਜਿਹੜੀ 4.3% ਪਹਿਲੇ ਸਾਲ ਨਾਲੋਂ ਉੱਪਰ ਆ। ਸੋ ਕੁਦਰਤੀ ਤੌਰ 'ਤੇ ਜਿਹੜੀ ਮੁਲਾਜ਼ਮ ਆ ਉਹਦੇ ਵਿੱਚ ਜ਼ਿਆਦਾ ਰੱਖੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜ਼ਿਆਦਾ ਰੁਜ਼ਗਾਰ ਦਿੱਤਾ ਜਾ ਸਕੇ ਤੇ ਲੋਕਾਂ ਨੂੰ ਸਹੂਲਤਾਂ ਜ਼ਿਆਦਾ ਦਿੱਤੀਆਂ ਜਾ ਸਕਣ। ਜਿਹੜਾ ਵੀ ਬੈਂਕ ਦੇ ਵਿੱਚ ਜਾਂਦਾ ਉਹਨੂੰ ਉਹਦੀ ਲੋੜ ਅਨੁਸਾਰ ਉਹਦੀ ਮਦਦ ਕੀਤੀ ਜਾ ਸਕੇ। ਅਨਐਮਪਲੋਇਮੈਂਟ ਰੇਟ ਇਸ ਖੇਤਰ ਦੇ ਵਿੱਚ ਪਹਿਲਾਂ ਹੀ ਬਹੁਤ ਘੱਟ ਹੁੰਦਾ। ਅਨਐਮਪਲੋਇਮੈਂਟ ਰੇਟ ਫਾਈਨੈਂਸ ਇੰਸ਼ੋਰੈਂਸ ਜਾਂ ਰੀਅਲ estate ਦੇ ਵਿੱਚ ਜਿਹੜਾ ਰੈਕਡ ਲੋ ਆ 1% ਮਾਰਚ ਦੇ ਵਿੱਚ ਸੀਗਾ, ਤੇ ਲੋਐਸਟ ਆ ਕਿਸੇ ਹੋਰ ਇੰਡਸਟਰੀ ਨਾਲੋਂ। ਇਹ ਵੀ ਗੱਲ ਇੱਥੇ ਧਿਆਨ ਦੇਣ ਵਾਲੀ ਆ। ਸੋ ਭਾਵੇਂ ਇਸ ਟਾਈਟ ਲੇਬਰ ਮਾਰਕੀਟ ਦੇ ਵਿੱਚ
ਕੰਟਰੈਕਟਰਸ ਜਾਂ ਗਿਗ ਵਰਕਰਸ ਦੇ ਉੱਤੇ ਇਹ ਜ਼ਿਆਦਾ ਕਰ ਰਹੀਆਂ, ਪਰ ਜਿਹੜੇ ਫਲੈਕਸੀਬਿਲਿਟੀ ਹੁੰਦੀ ਹੈ ਕੰਮਕਾਰ ਦੇ ਵਿੱਚ, ਪਰ ਫਿਰ ਵੀ ਜਦੋਂ ਬੈਂਕ ਆਫ ਮੌਂਟਰੀਅਲ ਆ ਉਹ ਦੱਸ ਰਿਹਾ ਕਿ ਕੈਨੇਡੀਅਨ ਵਰਕ ਫੋਰਸ ਇੱਥੇ 7.5% ਦੇ ਹਿਸਾਬ ਨਾਲ ਵਧੀ ਆ। ਸੋ ਲੋਕਾਂ ਨੂੰ ਉਹਨਾਂ ਦੀ ਸਲਾਹ ਦੇਣ ਦੇ ਲਈ, ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਦੇ ਲਈ ਬੈਂਕਾਂ ਜਿਹੜੀਆਂ ਆ ਉਹ ਇਸ ਟਾਈਟ ਮਾਰਕੀਟ ਦੇ ਵਿੱਚ ਵੀ ਆਪਣੇ ਹੋਰ ਮੁਲਾਜ਼ਮ ਹਾਇਰ ਕਰ ਰਹੀਆਂ ਆ, ਜਿਹੜੀ ਕਿ ਇੱਕ ਆਮ ਲੋਕ ਜਿਹੜੇ ਇਸ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਚੰਗੀ ਗੱਲ। ਈਸਟਰ ਤੋਂ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਅਸੀਂ ਪਿਛੇ ਥੋੜ੍ਹੇ ਦਿਨ ਪਹਿਲਾਂ ਵੀ ਸਾਂਝੀ ਕੀਤੀ ਸੀ ਕਿ ਕਿੰਡਰ ਦੇ ਚਾਕਲੇਟ ਜਿਹੜੇ ਨੇ ਉਹਨਾਂ ਨੂੰ ਰੀਕਾਲ ਕੀਤਾ ਗਿਆ ਸੀ। ਲਾਸਟ ਵੀਕ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਔਰ ਅੱਜ ਉਹਦੀ ਗਿਣਤੀ ਦੇ ਵਿੱਚ ਵਾਧਾ ਕਰ ਦਿੱਤਾ ਕਿ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੰਟੈਮੀਨੇਸ਼ਨ ਸੀ, ਕਿਸੇ ਚੀਜ਼ ਦੀ ਇਹਨਾਂ ਚਾਕਲੇਟਾਂ ਦੇ ਵਿੱਚ ਮਿਲਾਵਟ ਆ। ਕੱਲ੍ਹ ਹੈਲਥ ਕੈਨੇਡਾ ਨੇ ਅਨਾਊਂਸਮੈਂਟ ਕੀਤੀ ਹੈ ਕਿ ਹੋਰ ਬਹੁਤ ਸਾਰੀਆਂ ਆਈਟਮਸ ਜਿਹੜੀਆਂ ਉਹ ਸਟੋਰਾਂ ਦੀਆਂ ਸ਼ੈਲਫਾਂ ਤੋਂ ਚੱਕ ਲਈਆਂ ਪੂਰੇ ਕੈਨੇਡਾ ਦੇ ਵਿੱਚ। ਇਹਦੇ ਵਿੱਚ ਕਹਿੰਦੇ ਕੰਟੈਮੀਨੇਸ਼ਨ ਆ, ਕੰਟੈਮੀਨੇਸ਼ਨ ਦੇ ਨਾਲ ਕੋਈ ਸੰਕਟ ਬੱਚਿਆਂ ਨੂੰ ਪੈਦਾ ਹੋ ਸਕਦਾ। 20 ਪ੍ਰੋਡਕਟ ਟੋਟਲ ਨੇ ਇਹ ਜਿਹੜੇ ਰੀਕਾਲ ਲਿਸਟ ਦੇ ਉੱਤੇ ਨੇ। ਉਹਨਾਂ ਦੇ ਤੁਸੀਂ ਵੈਬਸਾਈਟਸ ਦੇ ਉੱਤੇ ਜਾ ਕੇ ਵੀ ਪੜ੍ਹ ਸਕਦੇ ਆ, ਅਤੇ ਜੇ ਕੋਈ ਹੈਗਾ ਆ ਤਾਂ ਉਹਨੂੰ ਅਵਾਇਡ ਕਰੋ, ਨਾ ਖਾਓ। ਕਿੰਡਰ ਈਸਟਰ ਐਗ ਹੰਟ ਕਿਟਸ ਨੇ, ਕ੍ਰਿਸਮਸ ਐਡਵੈਂਟ ਕੈਲੰਡਰਸ ਨੇ, ਉਹ ਸਾਰੇ ਜਿਹੜੇ ਰੀਕਾਲ ਕੀਤੇ ਗਏ ਆ, ਭਾਵ ਸਟੋਰਾਂ ਦੇ ਵਿੱਚ ਪਏ ਉਹਨਾਂ ਨੂੰ ਚੱਕ ਲਿਆ ਗਿਆ ਕਿਉਂਕਿ ਇਹ ਖਾਣ ਦੇ ਨਾਲ ਬੱਚਿਆਂ ਨੂੰ ਨੁਕਸਾਨ ਹੋ ਸਕਦਾ। ਹੈਲਥ ਕੈਨੇਡਾ ਨੇ ਕਨਫਰਮ ਕੀਤਾ ਰੀਕਾਲ ਨੋਟਿਸ ਜਿਹੜਾ ਹਜੇ ਤੱਕ ਉਹ ਕਹਿੰਦੇ ਕਿਸੇ ਨੂੰ ਕੋਈ ਵੀ ਰਿਪੋਰਟਡ ਇਲਨੈਸ ਨਹੀਂ ਹੋਈ ਇਹਨਾਂ ਚੀਜ਼ਾਂ ਦੇ ਨਾਲ, ਪਰ ਕੋਈ ਸੰਕਟ, ਹਾਲਾਂਕਿ ਇਹਦੇ ਚਾਂਸਸ ਬਹੁਤ ਘੱਟ ਹੁੰਦੇ ਆ ਕਿ ਜਿਹੜਾ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਗਿਆ ਉਹਦੇ ਬਹੁਤ ਸਾਰੀ ਟੈਸਟਿੰਗ ਹੁੰਦੀ ਆ ਕਿ ਉਹਦੇ ਨਾਲ ਕੋਈ ਸਿੱਧਾ ਨੁਕਸਾਨ ਹੋ ਜਾਵੇ, ਪਰ ਫਿਰ ਵੀ ਜਿਹੜਾ ਘੱਟ ਤੋਂ ਘੱਟ ਚਾਂਸ ਵੀ ਹੁੰਦਾ ਉਹਨੂੰ ਵੀ ਖਤਮ ਕਰਨ ਦੇ ਲਈ ਇਹ ਸਾਰੇ ਪ੍ਰੋਡਕਟਸ ਨੂੰ ਰੀਕਾਲ ਕਰ ਲਿਆ ਜਾਂਦਾ। ਕਿੰਡਰ ਬ੍ਰਾਂਡ ਚਾਕਲੇਟ ਪ੍ਰੋਡਕਟਸ ਹੈਗੇ ਨੇ ਤੇ ਬਹੁਤ ਸਾਰੇ, ਇਹ ਬੈਲਜੀਅਮ ਦੇ ਵਿੱਚ ਵੀ ਰੀਕਾਲ ਕੀਤੇ ਗਏ ਆ, ਫਰਾਂਸ ਦੇ ਵਿੱਚ ਵੀ, ਜਰਮਨੀ ਦੇ ਵਿੱਚ ਵੀ, ਆਇਰਲੈਂਡ ਦੇ ਵਿੱਚ ਵੀ, ਯੂਕੇ, ਨਾਰਵੇ, ਸਵੀਡਨ, ਸਪੇਨ, ਅਮਰੀਕਾ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਰੀਕਾਲ ਕੀਤੇ ਗਏ ਆ ਜਿਹੜੇ ਇਹਨਾਂ ਦੇ ਬਹੁਤ ਸਾਰੇ ਨਾਂ ਨੇ। ਇੱਕ ਕਿੰਡਰ ਐਡਵੈਂਟ ਕੈਲੰਡਰ ਦੱਸਿਆ ਜਾ ਰਿਹਾ, ਉਹਦੀਆਂ ਵੱਖ-ਵੱਖ ਕਿਸਮਾਂ ਨੇ, ਉਹ ਰੀਕਾਲ ਕੀਤਾ ਗਿਆ। ਹੈਪੀ ਮੂਮੈਂਟਸ ਆ ਇੱਕ ਕਿੰਡਰ ਕਨਫੈਕਸ਼ਨ ਅਸੋਰਟਮੈਂਟ, ਉਹਨੂੰ ਰੀਕਾਲ ਕੀਤਾ ਗਿਆ। ਮਿਨੀ ਐਗਜ਼ ਇਹਨਾਂ ਦੇ ਉਹ ਰੀਕਾਲ ਕੀਤੇ ਗਏ ਆ। ਜਿਹੜਾ ਸ਼ੋਕੋ ਬੋਨਸ ਆ ਉਹ ਰੀਕਾਲ ਕੀਤੇ ਗਏ ਆ। ਕਿੰਡਰ ਸਰਪ੍ਰਾਈਜ਼ ਨੂੰ ਰੀਕਾਲ ਕੀਤਾ ਗਿਆ। ਜਿਹੜਾ ਸਰਪ੍ਰਾਈਜ਼ ਡ੍ਰੀਮ ਵਰਕਸ ਟਰੋਲਸ ਉਹਨਾਂ ਨੂੰ ਰੀਕਾਲ ਕੀਤਾ ਗਿਆ। ਨੈਟੂਨ ਸਰਪ੍ਰਾਈਜ਼ ਉਹਨਾਂ ਨੂੰ ਰੀਕਾਲ ਕੀਤਾ ਗਿਆ, ਅਤੇ ਹੋਰ ਬਹੁਤ ਸਾਰੀਆਂ ਇਹਦੀਆਂ ਕਿਸਮਾਂ ਨੇ। ਸਾਲਮੋਨੈਲਾ ਪੋਇਜ਼ਨਿੰਗ ਕਹਿੰਦੇ ਸੀ ਇਹਦੇ ਵਿੱਚ ਹੈਗੀ ਹੈ, ਸਾਲਮੋਨੈਲਾ ਦੇ ਕੁਝ ਅੰਸ਼ ਨੇ, ਅਤੇ ਉਹਦੇ ਨਾਲ ਕਹਿੰਦੇ ਇਹ ਸਕਦਾ ਕਿ ਜੇਕਰ ਬੱਚਾ ਉਹਨੂੰ ਖਾ ਲਵੇ ਤਾਂ ਉਹਨੂੰ ਬੁਖਾਰ ਹੋ ਸਕਦਾ, ਸ਼ਾਰਟ ਟਰਮ ਫੀਵਰ ਹੋ ਸਕਦਾ, ਹੈਡੇਕ ਹੋ ਸਕਦੀ ਹੈ, ਉਲਟੀਆਂ ਆ ਸਕਦੀਆਂ, ਜਾਂ ਆਰਥਰਾਈਟਸ, ਜਾਂ ਜਿਹੜੇ ਬਹੁਤ ਘੱਟ ਹਾਲਤਾਂ ਦੇ ਵਿੱਚ ਜਾਨ ਵੀ ਜਾ ਸਕਦੀ ਹੈ। ਯੂਰਪ ਦੇ ਵਿੱਚ ਵੀ ਇਹ ਸਮੱਸਿਆ ਵੱਡੇ ਪੱਧਰ 'ਤੇ ਹੈ। ਯੂਰਪੀਅਨ ਸੈਂਟਰ ਫॉर ਡਿਜ਼ੀਜ਼ ਪ੍ਰੀਵੈਂਸ਼ਨ ਐਂਡ ਕੰਟਰੋਲ ਨੇ ਕਿਹਾ ਬੁੱਧਵਾਰ ਨੂੰ ਕਿ ਜਿਹੜੇ ਚਾਕਲੇਟ ਪ੍ਰੋਡਕਟਸ ਨੇ ਇਹਨਾਂ ਨੂੰ ਇੱਕ ਰੂਟ ਹੈਗਾ ਜਿਹੜਾ ਇਨਫੈਕਸ਼ਨ ਕਰ ਸਕਦਾ ਆ, ਅਤੇ ਆਊਟਬ੍ਰੇਕ ਹੋਈ ਸੀ ਉੱਥੇ 134 ਬੱਚੇ ਜਿਹੜੇ ਆ ਖਾਸ ਕਰ ਉਹਨਾਂ ਦੀ ਉਮਰ 10 ਸਾਲ ਤੋਂ ਘੱਟ ਸੀ, ਹੌਸਪੀਟਲਾਈਜ਼ਡ ਹੋਏ ਸੀ। ਸੋ ਬਚਾਅ ਦੇ ਲਈ ਬਹੁਤ ਸਾਰੀਆਂ ਥਾਵਾਂ ਤੋਂ ਇਹਨਾਂ ਪ੍ਰੋਡਕਟਸ ਨੂੰ ਰੀਕਾਲ ਕੀਤਾ ਗਿਆ। ਇਹਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ, ਇਹ ਖਬਰ ਅੱਜ ਅਮਰੀਕਾ ਅਤੇ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੈ। ਅਮਰੀਕਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਡਾਲਰ ਸਟੋਰ ਦੇ ਉੱਤੋਂ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਜਾਂਦੀਆਂ, ਬਹੁਤ ਸਾਰੀਆਂ ਖਾਣ ਵਾਲੀਆਂ, ਆਮ ਤੌਰ ਦੇ ਉੱਤੇ ਚੀਜ਼ਾਂ ਸਸਤੀਆਂ ਹੁੰਦੀਆਂ, ਲੋਕ ਖਰੀਦਦੇ ਆ। US ਡਾਲਰ ਸਟੋਰਸ ਉਹਦੇ ਵਿੱਚ ਬਹੁਤ ਸਾਰੇ ਨੇ, ਉਹਨਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਖਿਡੌਣੇ ਆ ਦੱਸਦੇ ਆ ਕਿ ਉਹਨਾਂ ਦੇ ਵਿੱਚ ਹਾਰਮਫੁਲ ਕੈਮੀਕਲ ਪਾਏ ਗਏ ਆ, ਉਹ ਰਸਾਇਣ ਜਿਹੜੇ ਸਿਹਤ ਨੂੰ ਨੁਕਸਾਨ ਕਰ ਸਕਦੇ ਆ। ਇੱਕ ਅੱਜ ਰਿਪੋਰਟ ਰਿਲੀਜ਼ ਕੀਤੀ ਗਈ ਆ, ਰਿਸਰਚਰ ਦੱਸਦੇ ਆ ਕਿ ਉਹਨਾਂ ਨੇ 226 ਪ੍ਰੋਡਕਟ ਜਿਹੜੇ ਟੈਸਟ ਕੀਤੇ ਆ, ਅਤੇ 5 ਰਿਟੇਲਰ ਤੋਂ ਉਹਨਾਂ ਨੇ ਬਾਏ ਕੀਤੇ ਆ, ਜਿਹੜੇ ਡਾਲਰ ਸਟੋਰ ਵਰਗੇ 4-5 ਨਾਂ ਉਹਨਾਂ ਦੇ ਇੱਕੋ ਜਿਹੇ ਨੇ, ਉਹਨਾਂ ਤੋਂ ਉਹਨਾਂ ਨੇ ਖਰੀਦੇ, ਅਤੇ ਉਹਨਾਂ ਦੇ ਵਿੱਚ ਕੈਮੀਕਲਸ ਨੇ। ਜਿਹੜੀ ਫਥੈਲੇਟਸ ਲੈਡ, ਇਹ ਉਹਦੇ ਵਿੱਚ 120 ਦੇ ਵਿੱਚ ਮਿਲਿਆ, ਜਾਣੀ ਕਿ ਅੱਧਿਆਂ ਤੋਂ ਜ਼ਿਆਦਾ ਦੇ ਵਿੱਚ, ਮਤਲਬ ਅੱਧਿਆਂ ਤੋਂ ਜ਼ਿਆਦਾ ਪ੍ਰੋਡਕਟ ਜਿਹੜੇ ਉਹਨਾਂ ਨੇ ਖਰੀਦ ਕੇ ਟੈਸਟ ਕੀਤੇ ਆ, ਉਹਨਾਂ ਦੇ ਵਿੱਚ ਕੋਈ ਨਾ ਕੋਈ ਇੱਦਾਂ ਦਾ ਕੈਮੀਕਲ ਹੈਗਾ ਜਿਹੜਾ ਨੁਕਸਾਨਦੇਹ ਆ, ਅਤੇ ਇਹ ਇੱਕ ਬਹੁਤ ਵੱਡੀ ਗੱਲ ਆ। ਇਹਨਾਂ ਨੂੰ ਟੈਸਟ, ਕਲਰਫੁਲ ਜਿਹੜੇ ਬੱਚਿਆਂ ਦੇ ਟੋਇਜ਼ ਆ, ਡਿਜ਼ਨੀ ਥੀਮਸ ਹੈੱਡਫੋਨਸ ਆ, ਇਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਪਾਈਆਂ ਗਈਆਂ। ਬਹੁਤ ਸਾਰੇ ਲੋਕ ਆ ਉਹ ਮਤਲਬ ਹਰ ਮਾਪਾ ਚਾਹੁੰਦਾ ਕਿ ਉਹਦੇ ਬੱਚੇ ਨੂੰ ਸੇਫ ਜਿਹੜਾ ਖਿਡੌਣਾ ਆ ਉਹ ਮਿਲੇ, ਉਹਦੇ ਵਿੱਚ ਕੋਈ ਵੀ ਇੱਦਾਂ ਦੀ ਚੀਜ਼ ਨਾ ਹੋਵੇ, ਪਰ ਹੁਣ ਇਸ ਚੀਜ਼ ਨੇ ਬਹੁਤ ਸਾਰੇ ਸਵਾਲ ਪੈਦਾ ਕਰ ਦਿੱਤੇ ਆ ਕਿ ਲੈਡ ਅਤੇ ਫਥੈਲੇਟਸ ਵਰਗੇ ਕੈਮੀਕਲ ਇਹਨਾਂ ਦੇ ਵਿੱਚ, ਔਰ ਇਹ ਕੈਮੀਕਲ ਉਹ ਕੈਮੀਕਲ ਆ, ਕਹਿੰਦੇ ਲੈਡ ਜਿਹੜਾ ਸਿੱਕਾ ਹੁੰਦਾ, ਇਹਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਕੈਂਸਰ ਆ, ਚਾਈਲਡਹੁੱਡ ਕੈਂਸਰ ਆ, ਉਹ ਹੋਣ ਦੇ ਬਹੁਤ ਚਾਂਸ ਵੱਧ ਜਾਂਦੇ ਆ।
ਜਿਹੜੇ ਜਿਹੜੇ ਪ੍ਰੋਡਕਟ ਫੇਕ ਟੀਥ ਆ, ਜਿੱਦਾਂ ਜਿਹੜੇ ਪੋਲੀਵਿਨਾਈਲ ਕਲੋਰਾਈਡ PVC ਤੋਂ ਬਣਦੇ ਆ, ਉਹਨਾਂ ਦੇ ਵਿੱਚ ਐਂਡੋਕਰਾਈਨ ਡਿਸਟਰਪਟਿੰਗ ਕੈਮੀਕਲ ਆ। ਇੱਦਾਂ ਦਾ ਕੈਮੀਕਲ ਜਿਹੜਾ ਐਂਡੋਕਰਾਈਨ ਨੂੰ ਡਿਸਟਰਪਟ ਕਰਦਾ ਆ, ਉਹ ਰੀਪਰੋਡਕਟਿਵ ਸਿਸਟਮ ਜਾਂ ਅੱਗੇ ਜਿਹੜੀ ਕੋਗਨੇਟਿਵ ਡਿਵੈਲਪਮੈਂਟ ਆ ਬੱਚੇ ਦੀ, ਉਹਦੇ ਵਿਕਾਸ ਦੇ ਵਿੱਚ ਵੀ ਸਮੱਸਿਆ ਪੈਦਾ ਕਰਦਾ ਆ। ਸਪੈਸ਼ਲੀ ਉਹ ਬੱਚੇ ਜਿਹੜੇ ਇਹਨਾਂ ਟॉयਜ਼ ਦੇ, ਅਪਲਾਇੰਸਸ ਜਾਂ ਪਰਸਨਲ ਕੇਅਰ ਪ੍ਰੋਡਕਟ ਦੇ ਲਈ ਘੱਟ ਐਕਸਪੋਜ਼ ਹੋਏ ਹੁੰਦੇ ਆ। ਸੋ ਬਹੁਤ ਸਾਰੇ ਦੱਸਦੇ ਆ ਕਿ ਸਬਸਟੀਟਿਊਟ ਹੈਗੇ ਆ ਇਹਦੇ, ਤੇ ਪਰ ਇਹਨਾਂ ਥਾਵਾਂ ਦੇ ਉੱਤੋਂ ਖਰੀਦੇ ਚੀਜ਼ਾਂ ਦੇ ਵਿੱਚ ਹਾਰਮਫੁਲ ਕੈਮੀਕਲ ਜਾਂ BPA ਦੀ ਕੋਟਿੰਗ ਮਿਲਣੀ, ਇਹ ਇੱਕ ਬਹੁਤ ਵੱਡੀ ਸਮੱਸਿਆ ਆ। ਜਿਹੜਾ ਇਹਦੇ ਵਿੱਚ ਜਿਹੜੀ ਨੌਨ ਸਟਿਕ ਕੁੱਕਵੇਅਰ ਤੇ ਪੌਪਕੌਰਨ ਪੈਕੇਜਿੰਗ ਆ, ਉੱਥੋਂ ਮਿਲੀ, ਉਹਨਾਂ ਦੇ ਵਿੱਚ ਵੀ ਕੁਛ ਨਾ ਕੁਛ ਇੱਦਾਂ ਦੇ ਕੈਮੀਕਲ ਜਿਹੜੇ ਮਿਲੇ ਆ, ਜਿਹੜੇ ਸਮੱਸਿਆ ਪੈਦਾ ਕਰਦੇ ਆ। ਇਹ ਦੱਸਦੇ ਆ ਕਿ ਜਿਹੜੇ, ਔਰ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡੀ ਚੇਨ ਆ, 34,000 ਤੋਂ ਜ਼ਿਆਦਾ ਡਾਲਰ ਸਟੋਰ ਨੇ ਅਮਰੀਕਾ ਦੇ ਵਿੱਚ, ਤੇ ਇਹ ਵਾਲਮਾਰਟ ਤੋਂ ਵੀ ਜ਼ਿਆਦਾ ਆ। ਤੇ ਇਹ ਥੋੜ੍ਹੇ ਜਿਹੇ ਸਸਤੇ ਪ੍ਰੋਡਕਟ ਉੱਥੇ ਵਿਕਦੇ ਆ। ਜਿਹੜੇ ਲੋ ਇਨਕਮ ਏਰੀਆਜ਼ ਹੁੰਦੇ ਜਾਂ ਕਮਿਊਨਿਟੀ ਆਫ ਕਲਰਸ ਜਿਹੜੇ ਨੇ, ਉੱਥੇ ਇਹਨਾਂ ਦੀ ਸੇਲ ਜ਼ਿਆਦਾ ਹੁੰਦੀ ਆ। ਕਈ ਵਾਰੀ ਇੱਥੋਂ ਲੋਕ ਗਰੋਸਰੀਜ਼ ਵਗੈਰਾ ਜਾਂ ਹਾਊਸ ਹੋਲਡ ਦੀਆਂ ਹੋਰ ਆਈਟਮ ਗੁਡਸ ਜਿਹੜੀਆਂ, ਉਹ ਵੀ ਇੱਥੋਂ ਖਰੀਦਦੇ ਆ। ਤੇ ਪਰ ਇਹਦੇ ਨਾਲ ਸਮੱਸਿਆ ਜਿਹੜੀ, ਦੋ ਵੱਡੀਆਂ ਚੇਨਸ ਨੇ ਉੱਥੇ, ਡਾਲਰ ਜਨਰਲ ਤੇ ਡਾਲਰ ਟਰੀ, ਉਹਨਾਂ ਨੇ ਕੈਮੀਕਲ ਪਾਲਿਸੀਜ਼ ਆਪਣੀਆਂ ਅਡੋਪਟ ਕੀਤੀਆਂ ਆ, ਕੁਛ ਸਰਟਨ ਜਿਹੜੇ ਟੌਕਸਿਕ ਕੈਮੀਕਲਸ ਨੂੰ ਲੈ ਕੇ, ਜਿਨ੍ਹਾਂ ਦੇ ਵਿੱਚ ਲੈਡ ਵੀ ਆ ਤੇ BPA ਵੀ ਆ। ਪਰ ਫਿਰ ਵੀ ਉੱਥੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੈਮੀਕਲਸ ਦਾ ਮਿਲਣਾ ਇੱਕ ਚਿੰਤਾ ਵਾਲੀ ਗੱਲ ਜ਼ਰੂਰ ਸਾਡੇ ਸਾਹਮਣੇ ਆਉਂਦੀ ਆ। ਰੂਸ ਯੂਕਰੇਨ ਯੁੱਧ ਥੋੜ੍ਹੇ ਸਮੇਂ 'ਚ 50ਵੇਂ ਦਿਨ ਦੇ ਵਿੱਚ ਸ਼ਾਮਲ ਹੋ ਜਾਣਾ, ਤੇ ਜੇ ਇੱਥੇ ਤੱਕ ਜਾਂਦੇ ਜਾਂਦੇ ਹੁਣ ਸਮੱਸਿਆ, ਇੱਕ ਵੱਡੀ ਟਰਨਿੰਗ ਪੁਆਇੰਟ ਇਹਦੇ ਵਿੱਚ ਇਹ ਆ ਰਿਹਾ ਕਿ ਪੈਂਟਾਗਨ ਇਹ ਕਹਿ ਰਿਹਾ, ਅਮਰੀਕਾ ਇਹ ਵਾਚ ਕਰ ਰਿਹਾ ਉੱਥੇ ਔਰ ਮੋਨੀਟਰ ਕਰ ਰਿਹਾ ਉਹ ਸਿਚੁਏਸ਼ਨ ਨੂੰ, ਕਿ ਜਿਹੜਾ ਕੈਮੀਕਲ ਵੈਪਨ ਰਸ਼ੀਆ ਯੂਕਰੇਨ ਦੇ ਵਿੱਚ ਯੂਜ਼ ਤਾਂ ਨਹੀਂ ਕਰ ਰਿਹਾ। ਇਸ ਗੱਲ ਦੇ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇੱਕ ਸਟੇਟਮੈਂਟ ਦੇ ਵਿੱਚ ਉੱਥੋਂ ਦੇ ਸਪੋਕਸਪਰਸਨ ਨੇ, ਜੌਨ ਕਿਰਬੀ, ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਯੂਕਰੇਨ ਦੇ ਫਾਇਰ ਫਾਈਟਰਸ ਤੋਂ ਕੁਛ ਜਿਹੜੀਆਂ ਰਿਪੋਰਟਸ ਜੇ ਵੈਰੀਫਾਈ ਹੁੰਦੀਆਂ ਕੈਮੀਕਲ ਵੈਪਨ ਅਟੈਕ ਦੀਆਂ, ਜਿਹੜੀ ਮਿਰੀਆਪੋਲ ਸ਼ਹਿਰ ਦੇ ਵਿੱਚ, ਤਾਂ ਉਹ ਸੱਚਮੁੱਚ ਬਹੁਤ ਚਿੰਤਾ ਵਾਲੀ ਗੱਲ ਆ। ਅਮਰੀਕਾ ਨੇ ਸ਼ੁਰੂ ਦੇ ਵਿੱਚ ਇਹ ਗੱਲ ਕਹੀ ਸੀ, ਅਮਰੀਕਾ ਤੋਂ ਵੀ ਪਹਿਲਾਂ ਇਹ ਗੱਲ ਰਸ਼ੀਆ ਨੇ ਸ਼ੁਰੂ ਕੀਤੀ ਸੀ। ਰੂਸ ਨੇ ਇਹ ਕਿਹਾ ਸੀ ਕਿ ਅਮਰੀਕਾ ਯੂਕਰੇਨ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਬਾਇਓ ਵੈਪਨ ਤੇ ਜਿਹੜੇ ਕੈਮੀਕਲ ਵੈਪਨ ਆ, ਉਹਨਾਂ ਦੇ ਲਈ ਟੈਸਟ ਕਰ ਰਿਹਾ ਆ। ਭਾਵ ਜਿਹੜਾ ਰਸਾਇਣਿਕ, ਇੱਕ ਤਾਂ ਗੋਲੀ ਦੇ ਨਾਲ ਇੱਕ ਦੂਜੇ ਨਾਲ ਲੜਾਈ ਕੀਤੀ ਜਾ ਰਹੀ ਹੈ, ਇੱਕ ਬਾਇਓ ਜਿਹੜੀ ਵੈਪਨਸ ਨੇ ਕਿ ਕੋਈ ਵਾਇਰਸ ਛੱਡਤਾ, ਕਿਤੇ ਕੋਈ ਬਿਮਾਰੀ ਫੈਲਾ ਦਿੱਤੀ ਲੋਕਾਂ ਦੇ ਵਿੱਚ, ਤੇ ਇੱਕ ਜਿਹੜੇ ਕੈਮੀਕਲ ਵੈਪਨਸ ਨੇ ਕਿ ਕੋਈ ਕੈਮੀਕਲ ਇੱਦਾਂ ਦਾ ਉੱਥੇ ਛੱਡ ਦਿੱਤਾ ਜਿਹਦੇ ਨਾਲ ਲੋਕਾਂ ਨੂੰ ਨੁਕਸਾਨ ਹੁੰਦਾ ਆ। ਇਹ ਪਹਿਲਾਂ ਰਸ਼ੀਆ ਨੇ ਕਿਹਾ ਸੀ ਕਿ ਅਮਰੀਕਾ ਦੇ ਟਿਕਾਣੇ ਇੱਥੇ ਯੂਕਰੇਨ ਦੇ ਵਿੱਚ ਹੈਗੇ ਆ ਜਿੱਥੇ ਇਸ ਤਰ੍ਹਾਂ ਦੇ ਟੈਸਟ ਕਰ ਰਿਹਾ। ਅਮਰੀਕਾ ਨੇ ਮੁੜ ਕੇ ਉਹਦਾ ਮੋੜਵਾਂ ਜਵਾਬ ਇਹ ਦਿੱਤਾ ਸੀ ਕਿ ਕਿਉਂਕਿ ਰਸ਼ੀਆ ਨੇ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਾਇਓ ਵੈਪਨ ਤੇ ਕੈਮੀਕਲ ਵੈਪਨ ਜਿਹੜੇ ਰਸਾਇਣਿਕ ਹਥਿਆਰ ਆ ਉਹਨਾਂ ਦੀ ਵਰਤੋਂ ਕਰਨੀ ਆ, ਇਸ ਕਰਕੇ ਉਹ ਪਹਿਲਾਂ ਹੀ ਅਮਰੀਕਾ 'ਤੇ ਇਲਜ਼ਾਮ ਲਾ ਰਿਹਾ। ਤੇ ਅੱਜ ਲਗਭਗ ਉਹੀ ਗੱਲ ਅਮਰੀਕਾ ਦੀ ਸੱਚ ਹੋਈ ਆ ਕਿ ਹੁਣ ਕੈਮੀਕਲ ਵੈਪਨਸ ਦੀ ਵਰਤੋਂ ਉੱਥੇ ਹੋ ਰਹੀ ਆ। ਇਹ ਇੱਕ ਬੜੇ ਨੇੜਿਓਂ ਸੀਰੀਅਸ ਸਿਚੁਏਸ਼ਨ ਨੂੰ ਦੇਖਿਆ ਜਾ ਰਿਹਾ। ਕੁਛ ਰਿਪੋਰਟਸ ਆ ਰਹੀਆਂ ਆ ਉੱਥੇ ਜਿਹੜੀ ਉੱਥੋਂ ਦੀ ਮਿਲਟਰੀ ਆ ਉਹ ਲੜ ਰਹੀ ਆ ਮਿਰੀਆਪੋਲ ਨੂੰ ਬਚਾਉਣ ਦੇ ਲਈ, ਤੇ ਹੁਣ ਇਹਦੇ ਵਿੱਚ ਜਿਹੜਾ ਕੁਛ ਨਾ ਕੁਛ ਜਿਹੜੀਆਂ ਅਨਨੋਨ ਸਬਸਟੈਂਸਸ ਨੇ, ਕੁਛ ਇੱਦਾਂ ਦੇ ਕੈਮੀਕਲ ਨੇ ਜਿਹੜੇ ਰੈਸਪੀਰੇਟਰੀ ਫੇਲੂਅਰ ਜਾਂ ਸਿੰਪਟਮ ਹੋ ਰਹੇ ਆ ਉਹਨਾਂ ਨੂੰ, ਸਾਹ ਲੈਣ ਦੇ ਵਿੱਚ, ਜਾਂ ਨਿਊਰੋਲੋਜੀਕਲ ਡਿਸਆਰਡਰ ਆ ਕਿ ਬੰਦੇ ਦੀ ਦਿਮਾਗੀ ਹਾਲਤ ਹੀ ਖਰਾਬ ਹੋ ਜਾਵੇ, ਉਹਦੇ ਨਾਲ ਇੱਦਾਂ ਦੀਆਂ ਕੁਛ ਵੀਡੀਓ ਟੈਲੀਗ੍ਰਾਮ ਦੇ ਉੱਤੇ ਕੁਛ ਪੋਸਟ ਕੀਤੀਆਂ ਗਈਆਂ। ਕੁਛ ਵਿਕਟਮਸ ਉੱਥੇ ਸਾਹਮਣੇ ਆਏ ਆ ਜਿਨ੍ਹਾਂ ਨੂੰ ਕੈਮੀਕਲਸ ਦੇ ਨਾਲ ਪੋਇਜ਼ਨਿੰਗ ਹੋਈ ਆ। ਤੇ ਇਹ ਸੱਚਮੁੱਚ ਇੱਕ ਚਿੰਤਾ ਵਾਲੀ ਗੱਲ ਆ ਕਿ ਜੇ ਇਸ ਤਰ੍ਹਾਂ ਦੇ ਹਥਿਆਰਾਂ ਦੀ ਉੱਥੇ ਵਰਤੋਂ ਸ਼ੁਰੂ ਹੋ ਗਈ ਤਾਂ ਇਹ ਸਾਰਿਆਂ ਦੇ ਲਈ ਹੀ ਚਿੰਤਾ ਵਾਲੀ ਗੱਲ ਹੋਊਗੀ। ਜਿਹੜੇ ਉੱਥੋਂ ਇਸ ਵੇਲੇ ਹੋਰ ਜਿਹੜੇ ਅਪਡੇਟਸ ਆ ਰਹੇ ਆ ਇਸ ਯੁੱਧ ਦੇ ਵਿੱਚ, ਇਹ ਸਾਰੇ ਕੁਛ ਦੇ ਵਿੱਚ, ਉਹਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਯੂਕਰੇਨ ਦੇ ਪੂਰਬੀ ਹਿੱਸੇ ਦੇ ਵਿੱਚ ਇੱਕ ਵਾਰੀ ਫਿਰ ਨਵੇਂ ਸਿਰੇ ਤੋਂ ਲੜਾਈ ਸ਼ੁਰੂ ਹੋ ਸਕਦੀ ਹੈ। ਨਿਊਯਾਰਕ ਟਾਈਮਸ ਦੇ ਮੁਤਾਬਕ ਰੂਸ ਤੇ ਯੂਕਰੇਨ ਦੋਨਾਂ ਦੀਆਂ ਸੈਨਾਵਾਂ ਪੂਰਬੀ ਹਿੱਸੇ ਦੇ ਉੱਤੇ ਇੱਕ ਪਾਸੇ ਦੇ ਮਤਲਬ ਆਮੋ ਸਾਹਮਣੇ ਇੱਕ ਦੂਜੇ ਦੇ ਖੜੀਆਂ ਆ, ਤੇ ਬਹੁਤ ਸਾਰੇ ਉੱਥੋਂ ਦੇ ਨਾਗਰਿਕ ਜਿਹੜੇ ਆ ਇਸ ਇਲਾਕਿਆਂ ਨੂੰ ਛੱਡ ਰਹੇ ਆ। ਮਰੀਆਪੋਲ ਸ਼ਹਿਰ ਦੇ ਮੇਅਰ ਵਾਦਿਮ ਵਾਂਚਕੋ ਨੇ ਕਿਹਾ ਕਿ ਰੂਸੀ ਹਮਲੇ ਦੀ ਵਜ੍ਹਾ ਨਾਲ 10,000 ਤੋਂ ਜ਼ਿਆਦਾ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕੀਵ ਦਾ ਦੌਰਾ ਨਹੀਂ ਕਰਨਗੇ, ਇਹ ਜਾਣਕਾਰੀ ਵੀ ਮਿਲੀ ਆ।
ਪੋਲਿਸ਼ ਪੀਐਮ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਨੇ ਰੂਸ ਦੇ ਖਿਲਾਫ ਜਿਹੜੇ ਬੈਨ ਲਾਏ ਆ ਉਹ ਬਹੁਤ ਕਮਜ਼ੋਰ ਆ, ਇਹਦੇ ਨਾਲ ਰੂਸ ਨੂੰ ਕੁਝ ਵੀ ਨਹੀਂ ਹੋਣਾ, ਬੈਨ ਹੋਰ ਜ਼ਿਆਦਾ ਸਖਤ ਲਾਉਣੇ ਚਾਹੀਦੇ ਆ। ਰੂਸੀ ਸੈਨਿਕਾਂ ਨੇ ਜ਼ੁਪੋਰੀਝੀਆ ਨਿਊਕਲੀਅਰ ਪਲਾਂਟ ਨੂੰ 8.3 ਬਿਲੀਅਨ ਦਾ ਕਹਿੰਦੇ ਨੁਕਸਾਨ ਹੋਇਆ ਆ। ਆਸ ਕੀਤੀ ਜਾ ਰਹੀ ਹੈ ਕਿ ਇਹ ਲੜਾਈ ਜਲਦੀ ਖਤਮ ਹੋਵੇ ਤੇ ਦੁਨੀਆ ਨੂੰ ਸੁੱਖ ਦਾ ਸਾਹ ਆਵੇ। ਘਰਾਂ ਦੀ ਮਾਰਕੀਟ ਨੂੰ ਕੰਟਰੋਲ ਕਰਨ ਦਾ ਫੈਡਰਲ ਸਰਕਾਰ ਦਾ ਯਤਨ, ਤੇ ਉਸ ਯਤਨ ਦੇ ਵਿੱਚੋਂ ਇੱਕ ਗੱਲ ਸਾਹਮਣੇ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਫਲਿੱਪਿੰਗ ਨਹੀਂ ਹੋ ਸਕੂਗੀ। ਫਲਿੱਪਿੰਗ ਕੀ ਹੁੰਦੀ ਆ? ਜਿੰਨੀ ਕੁ ਗੱਲ ਆਪਾਂ ਸਮਝਦੇ ਹਾਂ ਕਿ ਇੱਕ ਘਰ ਲੈ ਕੇ ਉਹਦੇ ਵਿੱਚੋਂ ਮੁਨਾਫਾ ਕੱਢ ਕੇ ਉਸੇ ਵੇਲੇ ਉਹਨੂੰ ਅੱਗੇ ਵੇਚ ਦੇਣਾ, ਅਗਲੇ ਨੇ ਫਿਰ ਉਹਦੇ 'ਚੋਂ ਮੁਨਾਫਾ ਲੈ ਕੇ ਅੱਗੇ ਵੇਚ ਦੇਣਾ, ਜਿਹਦੇ ਨਾਲ ਕਿ ਰੇਟ ਵੱਧਦੇ ਰਹਿੰਦੇ ਆ। ਅਸਲ ਦੇ ਵਿੱਚ ਜਿਹੜੇ ਲੋਕ ਰਹਿਣ ਲਈ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਅਖਿਆਈ ਹੋ ਜਾਂਦੀ ਹੈ, ਅਤੇ ਜਿਨ੍ਹਾਂ ਨੇ ਪੈਸੇ ਵਾਲਿਆਂ ਨੇ ਮੁਨਾਫਾ ਕਮਾਉਣਾ ਹੁੰਦਾ ਉਹ ਵਿੱਚੋਂ ਮੁਨਾਫਾ ਕੱਢ ਜਾਂਦੇ ਆ। ਇਸ ਕਾਨੂੰਨ ਦੇ ਤਹਿਤ ਜਾਂ ਜਿਹੜੀ ਇਹ ਗੱਲਬਾਤ ਪ੍ਰਪੋਜ਼ਲ ਚੱਲ ਰਹੇ ਆ, ਇਹਦੇ ਤਹਿਤ ਕੀ ਤੰਗੀ ਹੋਊਗੀ ਕਿ ਆਮ ਬੰਦਾ ਘਰ ਵੇਚ ਨਹੀਂ ਸਕਦਾ ਜੇ ਉਹਨੇ ਲੈ ਲਿਆ, ਜਾਂ ਉਹ ਕੀ ਘਰ ਲੈਣ ਤੋਂ ਕਿੰਨੇ ਚਿਰ ਬਾਅਦ ਅਗਲਾ ਘਰ ਲੈ ਸਕਦਾ? ਇਸ ਮਾਮਲੇ ਸੰਬੰਧੀ ਅਸੀਂ ਗੁਰਤੇਜ ਗਿੱਲ ਹੋਣਾ ਦੇ ਕੋਲ ਆਏ ਹਾਂ ਰਾਇਲ ਪੇਜ ਤੋਂ, ਉਹਨਾਂ ਕੋਲੋਂ ਜਾਣਦੇ ਕਿ ਮਾਮਲਾ ਹੈ ਕੀ। ਗਿੱਲ ਸਾਹਿਬ, ਫਲਿੱਪਿੰਗ ਕਿਹਨੂੰ ਕਹਿੰਦੇ ਪਹਿਲਾਂ ਤਾਂ ਇਹ ਦੱਸਿਓ, ਤੇ ਫਲਿੱਪਿੰਗ ਕਰਦੇ ਕਿੱਦਾਂ ਆ ਜੀ? ਕੀ ਇਹ ਮਾੜੀ ਗੱਲ ਹੁੰਦੀ ਹੈ ਜਾਂ ਗੈਰ ਕਾਨੂੰਨੀ ਹੈ? ਨਹੀਂ ਜੀ ਨਹੀਂ, ਗੈਰ ਕਾਨੂੰਨੀ ਨਹੀਂ। ਪਹਿਲਾਂ ਤਾਂ ਜਸਕਰਨ ਜੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਜੀ ਆਇਆਂ ਨੂੰ, ਤੁਸੀਂ ਸਾਡੇ ਗ੍ਰਹਿ ਵਿਖੇ ਆਏ ਹੋ, ਅਤੇ ਬਹੁਤ ਬਹੁਤ ਧੰਨਵਾਦ ਆ ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਇਹ ਸੂਚਨਾ ਹੈ। ਭਾਵੇਂ ਆਪਾਂ ਇਹ ਸੂਚਨਾ ਐਜ਼ ਐਕਸਪਰਟ ਦੇ ਤੌਰ 'ਤੇ ਨਹੀਂ, ਜੋ ਮੈਂ ਇਹ ਅਜ਼ਿਊਮ ਕਰਕੇ ਚੱਲਦਾ ਹੈਗਾ, ਐਜ਼ ਏ ਰੀਅਲ ਐਸਟੇਟ ਪ੍ਰੋਫੈਸ਼ਨਲ ਹੀ ਜਿਹੜਾ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਸਾਂਝੀ ਕਰਾਂਗੇ, ਜਿਹੜੀ ਮੈਂ ਵੀ ਇਨਫੋਰਮੇਸ਼ਨ ਦੇਵਾਂਗਾ, ਨਾਟ ਐਜ਼ ਐਨ ਐਕਸਪਰਟ। ਸੋ ਤੁਹਾਡਾ ਕੁਐਸਚਨ ਸੀ ਕਿ ਗੈਰ ਕਾਨੂੰਨੀ ਨਹੀਂ, ਗੈਰ ਕਾਨੂੰਨੀ ਨਹੀਂ, ਬਟ ਇਹ ਹੈ ਕਿ ਕਿਉਂਕਿ ਡਿਮਾਂਡ ਐਂਡ ਸਪਲਾਈ 'ਤੇ ਮੁਨਸਰ ਕਰਦੀ ਹੈ ਦੋਨੇ ਚੀਜ਼ਾਂ, ਠੀਕ ਹੈ। ਔਰ ਗੌਰਮੈਂਟ ਦੀ ਇਹ ਡਿਊਟੀ ਹੈ ਕਿ ਉਹ ਡਿਮਾਂਡ ਅਤੇ ਸਪਲਾਈ ਨੂੰ, ਦੋਨਾਂ ਧਿਰਾਂ ਨੂੰ, ਇਸ ਚੀਜ਼ ਨੂੰ ਕੰਟਰੋਲ ਕਰਕੇ ਰੱਖੇ। ਸੋ ਉਹਦੇ ਲਈ ਗੌਰਮੈਂਟ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆ ਉਹ ਆਪਣੇ ਵੱਲੋਂ ਜਿਹੜੇ ਆ ਉਹ ਇੰਤਜ਼ਾਮ ਕਰਦੀ ਹੈ, ਕੋਸ਼ਿਸ਼ਾਂ ਕਰਦੀ ਹੈਗੀ ਹੈ, ਰੂਲਸ ਐਂਡ ਰੈਗੂਲੇਸ਼ਨ ਲਿਆਉਣ ਦੀ ਕੋਸ਼ਿਸ਼ ਕਰਦੀ ਹੈ। ਸੋ ਆਹ ਹੁਣ ਵਾਲਾ ਜਿਹੜਾ ਬਜਟ ਹੈ, ਜਿਹਦੇ 'ਤੇ ਆਪਾਂ ਗੱਲ ਵੀ ਕਰਾਂਗੇ, ਕਿ ਇਹਦੇ ਵਿੱਚ ਵੀ ਕੁਛ ਇੱਕ ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ ਹੈਗੀਆਂ, ਜੋ ਮੈਂ ਸਮਝਦਾ ਹਾਂ ਕਿ ਇਸ ਸੰਬੰਧ ਦੇ ਵਿੱਚ ਨੀਤ ਅਤੇ ਨੀਅਤ ਜਿਹੜੀ ਹੈ ਉਹ ਮੈਟਰ ਕਰਦੀਆਂ। ਨੀਤੀ ਅਤੇ ਨੀਅਤ, ਨੀਅਤ ਸਰਕਾਰ ਦੀ ਬਹੁਤ ਅੱਛੀ ਹੈਗੀ ਹੈ ਕਿ ਅਫੋਰਡੇਬਿਲਿਟੀ 'ਤੇ ਆਪਾਂ ਜਿਹੜਾ ਕੰਟਰੋਲ ਕਰਨਾ ਹੈ, ਇਹਨੂੰ ਆਪਣਾ ਅੰਡਰ ਕੰਟਰੋਲ ਲੈ ਕੇ ਆਉਣਾ ਹੈਗਾ, ਤਾਂ ਕਿ ਜਿਹੜੇ ਆਮ ਲੋਕ ਹੈ ਉਹਨਾਂ ਕੋਲੇ ਵੀ ਆਪਣਾ ਜਿਹੜਾ ਘਰ ਹੈ ਉਹ ਹੋ ਸਕੇ। ਬਟ ਜਿਹੜੀ ਨੀਤੀ ਹੈ, ਮੈਂ ਸਮਝਦਾ ਹਾਂ ਕੁਛ ਹੱਦ ਤੱਕ ਉਹਦੇ 'ਚ ਕੁਛ ਜਾਂ ਤਾਂ ਉਹ ਪੂਰੀ ਨਹੀਂ, ਉਸ ਹੱਦ ਤੱਕ ਨਹੀਂ ਜਿਸ ਹੱਦ ਤੱਕ ਜਿਹੜੀ ਇਹ ਸਮੱਸਿਆ ਵਧੀ ਹੋਈ ਹੈ। ਸੋ ਇਸ ਸੰਬੰਧ ਦੇ ਵਿੱਚ ਹੀ ਆਪਾਂ ਜਿਹੜੀ ਉਹ ਗੱਲ ਕਰਾਂਗੇ। ਸੋ ਕਮਿੰਗ ਟੂ ਯੂਅਰ ਪੁਆਇੰਟ ਕਿ ਜਿਹੜੀ ਫਲਿੱਪਿੰਗ ਹੈ ਜਾਂ ਇਹ ਕੋਈ ਇਲੀਗਲ ਨਹੀਂ, ਪ੍ਰੋਵਾਈਡਡ ਕਿ ਇਹਦੇ 'ਚ ਕੋਈ ਲੁਕਿਆ ਕੋਈ ਇਸ ਤਰ੍ਹਾਂ ਦਾ ਨਾ ਹੋਵੇ, ਜਿਸ ਤਰ੍ਹਾਂ ਕੋਈ ਬਾਹਰ ਜਾਂ ਸੈਲਰ ਜਾਂ ਵੱਡੇ ਜਿਹੜੇ ਰੀਅਲ ਸਟੇਟ ਦੇ ਪੰਡਿਤ ਹੈ ਉਹ ਕਈ ਵਾਰ ਕਰ ਲੈਂਦੇ ਆ। ਸੋ ਜੇ ਉਸ ਤਰ੍ਹਾਂ ਦਾ ਕੋਈ ਅੰਸ਼ ਨਹੀਂ ਤਾਂ ਇਹਦੇ ਵਿੱਚ ਨਥਿੰਗ ਇਜ਼ ਇਲੀਗਲ। ਫਲਿੱਪਿੰਗ ਕਹਿੰਦੇ ਕਿਹਨੂੰ ਆ ਜੀ? ਫਲਿੱਪਿੰਗ ਜਸਕਰਨ ਜੀ ਬੇਸਿਕਲੀ ਇਹ ਹੈਗਾ ਕਿ ਮੰਨ ਲਓ, ਮੈਂ ਐਗਜ਼ਾਮਪਲ ਤੁਹਾਨੂੰ ਇਹ ਦਿੰਦਾ ਕਿ ਮੈਂ ਅੱਜ ਇੱਕ ਘਰ ਲੈਣ ਵਾਸਤੇ ਆਫਰ ਪਾਈ ਹੈ, ਠੀਕ ਹੈ। ਉਸ ਘਰ ਦਾ ਮੈਂ ਮੰਨ ਲਓ ਕਿ 1 ਮਿਲੀਅਨ ਦੀ ਪਾਈ ਹੈ। ਮੇਰੇ ਦਿਮਾਗ 'ਚ ਇਹ ਆਇਆ, ਜਾਂ ਮਾਰਕੀਟ ਦੀ ਸਿਚੁਏਸ਼ਨ ਨੂੰ ਲੈ ਕੇ, ਜਾਂ ਤਾਂ ਪ੍ਰੋਪਰਟੀ ਮੈਨੂੰ ਸਸਤੀ ਮਿਲ ਗਈ ਹੈ, ਜਾਂ ਇਹ ਮੈਨੂੰ ਪਾਸਿਓਂ ਪਤਾ ਲੱਗਦਾ ਹੈਗਾ ਕਿ ਉਹਦੀ ਵੈਲਿਊ ਜਿਹੜੀ ਆ ਉਹ 1.1 ਜਾਂ 1.2 ਹੈ, ਠੀਕ ਹੈ। ਸੋ ਮੈਂ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦਾ ਬਿਫੋਰ ਆਈ ਕੰਪਲੀਟ, ਕਿਉਂਕਿ ਜਿਹੜਾ ਕਾਂਟਰੈਕਟ ਆਫ ਪਰਚੇਜ ਜਾਂ ਸੇਲ ਹੈ, ਇਹਦਾ ਇੱਕ ਪ੍ਰੋਸੈਸ ਹੁੰਦਾ ਹੈ। ਪਹਿਲਾਂ ਮੈਂ ਆਫਰ ਪਾਉਣਾ ਹੈਗਾ, ਆਫਰ ਤੋਂ ਬਾਅਦ ਫਿਰ ਕੰਡੀਸ਼ਨਸ ਉਹਦੇ 'ਤੇ ਹੁੰਦੀਆਂ। ਸਬਜੈਕਟ ਕੰਡੀਸ਼ਨ ਨੂੰ ਆਪਾਂ ਜਦੋਂ ਰਿਮੂਵ ਕਰਦੇ ਹਾਂ ਤਾਂ ਉਹਦੇ ਨਾਲ ਇੱਕ ਡਿਪੋਜ਼ਿਟ ਦਿੱਤਾ ਹੁੰਦਾ, ਅਤੇ ਨਾਲ ਫਿਰ ਉਸ ਦੇ ਮਹੀਨਾ, 1.5 ਮਹੀਨਾ, 15 ਦਿਨ, ਜਿੰਨਾ ਵੀ ਜੋ ਵੀ ਉਹਦੇ ਵਿੱਚ ਹੁੰਦਾ ਕਿ ਉਹਨੂੰ ਕੰਪਲੀਟ ਕਰਨ ਦੀ ਜਿਹੜੀ ਆ ਉਹ ਲਿਆਇਆ ਹੁੰਦਾ ਹੈ। ਹੁਣ ਕਰਦੇ ਕੀ ਹੈ ਕਿ ਕੁਛ ਇੱਕ ਬਾਇਰਸ ਜਿਹੜੇ ਹੈ, ਜਿਨ੍ਹਾਂ ਨੇ, ਜਿੱਥੋਂ ਇਹ ਪ੍ਰੋਬਲਮ ਸ਼ੁਰੂ ਹੋਈ, ਬੇਸਿਕਲੀ ਮੈਂ ਇਹਨੂੰ ਪ੍ਰੋਬਲਮ ਇਸ ਕਰਕੇ ਕਹਿੰਦਾ ਕਿ ਸਰਕਾਰ ਨੂੰ ਨੱਥ ਪਾਉਣੀ ਪਈ ਇਸ ਹੱਦ ਤੱਕ ਇਹ ਸਮੱਸਿਆ ਜਿਹੜੀ ਹੋ ਗਈ ਸੀ, ਕਿਉਂਕਿ ਅਫੋਰਡੇਬਿਲਿਟੀ 'ਤੇ ਵੀ ਇਸ ਨੇ ਬਹੁਤ ਜ਼ਿਆਦਾ ਵੱਡਾ ਅਸਰ ਕੀਤਾ ਸੀਗਾ। ਸੋ ਉਹ ਜਿਹੜੇ ਬਾਇਰ ਹੈ ਉਹ ਕੀ ਕਰਦੇ ਹੈਗੇ ਆ ਕਿ ਕੰਪਲੀਟ ਕਰਨ ਦੇ ਵਿੱਚ ਕੁਝ ਸਮਾਂ ਲੈ ਲੈਂਦੇ ਆ ਸੈਲਰ ਤੋਂ, ਠੀਕ ਹੈ, ਕਿ ਮੈਂ ਜੀ 2 ਜਾਂ 3 ਮਹੀਨੇ ਤੱਕ ਜਿਹੜਾ ਇਹਨੂੰ ਕੰਪਲੀਟ ਕਰੂੰਗਾ। ਸੋ ਡਿਊਰਿੰਗ ਦੈਟ ਟਾਈਮ ਉਸ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦੇ, ਕਿਉਂਕਿ 2 ਮਹੀਨੇ ਦੇ ਵਿੱਚ ਉਹ ਅੱਗੇ ਗਾਂਹ ਉਹਨੂੰ
ਤਾਂ ਕਿ ਉਹ ਕੰਪਲੀਟ ਨਹੀਂ ਕਰਾਉਂਦਾ ਪ੍ਰੋਪਰਟੀ, ਉਹ ਆਪਣਾ ਵਿੱਚੋਂ ਮੁਨਾਫਾ ਲੈ ਲੈਂਦਾ 2 ਲੱਖ ਜਾਂ 1.5 ਜਾਂ ਲੱਖ ਜਾਂ ਤੋਂ ਜਿੰਨਾ ਉਹਨੇ ਲੈਣਾ ਹੈਗਾ, ਤੇ ਜਿਹੜਾ ਤੀਸਰਾ ਬੰਦਾ ਹੈਗਾ ਉਹਨੂੰ ਕੰਪਲੀਟ ਕਰਵਾਊਗਾ। ਸੋ ਇਹ ਜਿਹੜਾ ਪ੍ਰੋਸੈਸ ਹੈਗਾ ਕਿ ਵਿੱਚੋਂ ਨਿਕਲ ਜਾਣਾ, ਜਿਹੜਾ ਅਸਲੀ ਬਾਇਰ ਨੇ ਵਿੱਚੋਂ ਨਿਕਲ ਜਾਣਾ ਤੇ ਬਾਇਰ ਜਿਹੜਾ ਹੋਰ ਬਣ ਜਾਣਾ, ਸੋ ਦੈਟਸ ਆਮ ਜਿਹੜੀ ਸਧਾਰਨ ਸ਼ਬਦਾਂ ਵਿੱਚ ਇਹ ਫਲਿੱਪਿੰਗ ਹੈ। ਤੇ ਸਰਕਾਰ ਪਹਿਲਾਂ ਕਹਿੰਦੇ ਵੀ ਫਲਿੱਪਿੰਗ ਨਹੀਂ ਹੋਣ ਦਿੰਦੀ, ਉਹ ਕਹਿੰਦੇ ਅਸੀਂ ਰੋਕੀ ਹੈ ਫਲਿੱਪਿੰਗ, ਪਹਿਲਾਂ ਕੀ ਕੀਤਾ ਜਾਂਦਾ ਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਰਿਹਾ ਇਹਦੇ ਤਹਿਤ ਕੀ ਹੋਊਗਾ? ਓਕੇ, ਦੈਟਸ ਵੰਡਰਫੁਲ ਕੁਐਸਚਨ। ਐਕਚੁਅਲੀ ਫਲਿੱਪਿੰਗ ਜਿਹੜੀ ਹੈ, ਤੁਹਾਨੂੰ ਯਾਦ ਹੋਵੇ ਕਿ ਜੂਨ 2016 ਤੋਂ ਸ਼ੁਰੂ ਹੋਈ ਹੈ ਤੇ 18 ਤੱਕ ਇਹ ਸਮੱਸਿਆ ਚੱਲੀ ਸੀਗੀ। ਖਾਸ ਕਰਕੇ ਇਹ ਟੋਰਾਂਟੋ ਤੇ ਵੈਨਕੂਵਰ ਤੋਂ ਸ਼ੁਰੂ ਹੋਈ। ਵੈਨਕੂਵਰ ਦੇ ਵਿੱਚ ਕੁਛ ਇੱਕ ਖਾਸ ਕਮਿਊਨਿਟੀ ਨੇ ਖਾਸ ਕਰਕੇ ਕੀਤਾ ਕਿ ਇੱਕ ਘਰ ਦੀ ਜਿਹੜੀ ਹੈ 3 ਵਾਰੀ ਜਿਹੜਾ ਉਹ ਫਲਿੱਪਿੰਗ ਕਰ ਦਿੱਤੀ। ਯਾਨੀ ਇੱਕ ਬੰਦਾ ਹੈਗਾ ਵਿੱਚ, ਉਹਨੂੰ ਗਾਂਹ ਦਿੱਤਾ ਗਿਆ, ਟਾਈਮ ਉਹਨਾਂ ਨੇ 4 ਜਾਂ 5 ਮਹੀਨੇ ਦਾ ਲੈ ਲਿਆ। ਜਿਹੜਾ ਐਕਚੁਅਲ ਬਾਇਰ ਹੈ ਜਿਹੜਾ ਉਹ 5ਵਾਂ ਜਾਂ 6ਵਾਂ ਬੰਦਾ ਹੁੰਦਾ ਸੀਗਾ, ਤੇ ਵਿੱਚੋਂ ਜਿਹੜੇ ਬੰਦੇ ਸੀਗੇ ਉਹ ਸਾਰੇ ਉਹ ਨਿਕਲ ਜਾਂਦੇ ਸੀ। ਸੋ ਗਵਰਨਮੈਂਟ ਨੇ ਕੀ ਕੀਤਾ, ਦੂਸਰਾ ਇਹਦੇ ਵਿੱਚ ਪੁਆਇੰਟ ਸੀਗਾ ਡਬਲ ਐਂਡ ਦਾ। ਡਬਲ ਐਂਡ ਦਾ ਮਤਲਬ ਇਹ ਹੈ ਕਿ ਗੁਰਤੇਜ ਸਿੰਘ ਗਿੱਲ ਬਾਇਰ ਦਾ ਵੀ ਰੀਅਲਟਰ ਹੈਗਾ ਤੇ ਸੈਲਰ ਦਾ ਵੀ ਰੀਅਲਟਰ ਹੈਗਾ। ਸੋ ਬੜੀ ਸੁਭਾਵਿਕ ਜੀ ਇੱਕ ਗੱਲ ਸੀਗੀ ਕਿ ਇੱਕੋ ਰੀਅਲਟਰ ਜਿਹੜਾ, ਓਕੇ ਰੀਅਲਟਰ ਦਾ ਮਤਲਬ ਹੈਗਾ ਤੁਸੀਂ ਨੈਗੋਸ਼ੀਏਟ ਕਰਨਾ, ਠੀਕ ਹੈ, ਤੁਸੀਂ ਸੈਲਰ ਨੂੰ ਬੈਸਟ ਵੈਲਿਊ ਲੈ ਕੇ ਦੇਣੀ ਹੈਗੀ ਹੈ ਤੇ ਬਾਇਰ ਨੂੰ ਜਿਹੜੀ ਹੈ ਉਹ ਘੱਟ ਤੋਂ ਘੱਟ ਉਹਦੀ ਪ੍ਰਾਈਸ ਦੇ ਉੱਤੇ ਉਹਦੀ ਪ੍ਰਾਪਰਟੀ ਲੈ ਕੇ ਦੇਣੀ ਹੈਗੀ ਹੈ, ਠੀਕ ਹੈ। ਸੋ ਪਹਿਲਾਂ ਹੁੰਦਾ ਸੀਗਾ ਕਿ ਦੋਨੋਂ ਪਾਸੇ ਰਿਪਰੈਜ਼ੈਂਟ ਕਰਦਾ ਸੀਗਾ, ਸੋ ਮੀਨਸ ਕਿ ਦੋਨੋਂ ਪਾਸਿਓਂ ਜਿਹੜਾ ਉਹ ਕਮਿਸ਼ਨ ਲੈਂਦਾ ਸੀ। ਸੋ 2018 ਦੇ ਵਿੱਚ, ਇਫ ਆਈ ਐਮ ਨਾਟ ਰੋਂਗ, ਜੂਨ 16 2018 ਦੇ ਵਿੱਚ ਗਵਰਨਮੈਂਟ ਨੇ ਕੀਤਾ ਕਿ ਡਬਲ ਐਂਡ ਜਿਹੜਾ ਉਹ ਖਤਮ ਹੋਊਗਾ ਜੀ, ਠੀਕ ਹੈ। ਕੌਂਸਲ ਨੇ ਇਸ ਸੰਬੰਧੀ ਬਕਾਇਦਾ ਇਸ ਸੰਬੰਧੀ ਐਕਟ ਜਿਹੜਾ ਕਾਨੂੰਨ ਬਣ ਗਿਆ। ਸੋ ਡਬਲ ਐਂਡਿੰਗ ਖਤਮ ਹੋ ਗਈ ਤੇ ਇਹਦੇ ਨਾਲ ਹੀ ਜਿਹੜੀ ਹੈ ਉਹ ਫਲਿੱਪਿੰਗ ਦੇ ਉੱਤੇ ਕੰਟਰੋਲ ਇਹ ਕੀਤਾ ਕਿ ਸੈਕਸ਼ਨ 20 ਦੇ ਵਿੱਚ ਹੁੰਦਾ ਸੀਗਾ ਕਿ ਬਾਇਰ ਐਂਡ ਸੈਲਰ ਦਾ ਆਪਸ ਵਿੱਚ ਦੀ ਜਿਹੜਾ ਲੈਣ ਦੇਣ ਜਿਹੜਾ ਹੈਗਾ ਕਿ ਉਹ ਕੰਡੀਸ਼ਨਸ ਦਾ ਹੁੰਦਾ ਸੀ ਕਿ ਸਰਟਨ ਕੰਡੀਸ਼ਨ, ਜਨੈਰਿਕ ਕੰਡੀਸ਼ਨਸ ਹੁੰਦੀਆਂ ਸੀ। ਸੈਕਸ਼ਨ 20A ਦੇ ਵਿੱਚ ਉਹਨਾਂ ਨੇ ਇਹ ਕਰ ਦਿੱਤਾ ਕਿ ਜਿਹੜਾ ਬੰਦਾ ਬਾਇਰ ਹੈ, ਜੇਕਰ ਉਹ ਕੰਪਲੀਟ ਨਹੀਂ ਕਰਦਾ ਪ੍ਰਾਪਰਟੀ ਨੂੰ, ਉਸ ਸੇਲ ਨੂੰ ਕੰਪਲੀਟ ਨਹੀਂ ਕਰਦਾ ਤੇ ਅੱਗੇ ਵੇਚਣੀ ਚਾਹੁੰਦਾ ਹੈਗਾ, ਤਾਂ ਉਹ ਜਿਹੜਾ ਸੈਲਰ ਹੈ ਉਹਦੀ ਪਰਮਿਸ਼ਨ ਦੇ ਨਾਲ ਹੀ ਕਰ ਸਕਦਾ ਹੈਗਾ, ਠੀਕ ਹੈ। ਮਤਲਬ ਜਿਹੜੀ ਗੱਲ ਮੈਂ ਸਮਝ ਰਿਹਾ ਕਿ ਬੰਦੇ ਨੇ ਬਿਆਨਾ ਦੇ ਦਿੱਤਾ, ਜੇ ਦੇਸੀ ਭਾਸ਼ਾ 'ਚ ਸਮਝੀਏ, ਰਜਿਸਟਰੀ ਕਰਾਉਣ ਤੋਂ ਪਹਿਲਾਂ ਉਹ ਤੋਂ ਮਹਿੰਗੀ ਕਿਸੇ ਹੋਰ ਨੂੰ ਵੇਚ ਦਿੰਦਾ। ਬਿਲਕੁਲ ਐਗਜ਼ੈਕਟਲੀ। ਸੋ ਉਹ ਬਿਆਨਾ ਕਰਨ ਤੋਂ ਜਾਂ ਬਿਆਨਾ ਕਰ ਲਿਆ, ਬਟ ਉਹਨੂੰ ਜਿਹੜਾ ਕੰਪਲੀਟ ਉਹਦੀ ਰਜਿਸਟਰੀ ਕਰਾਉਣ ਤੋਂ ਪਹਿਲਾਂ ਅੱਗੇ ਉਹਨੇ ਦੇ ਦਿੱਤੀ। ਬਟ 18 ਦੇ ਵਿੱਚ ਇਹ ਹੋਇਆ ਕਿ ਉਹਨਾਂ ਨੇ ਸੈਕਸ਼ਨ 20A ਵਿੱਚ ਪਾ ਦਿੱਤਾ ਕਿ ਸੈਲਰ ਦੀ ਪਰਮਿਸ਼ਨ ਜ਼ਰੂਰੀ ਹੈ, ਉਹਨੂੰ ਨੋਟੀਫਾਈ ਕਰਨਾ ਜ਼ਰੂਰੀ ਹੈ, ਨੰਬਰ 1, ਜਾਂ ਫਿਰ ਜਿਹੜਾ ਉਹਦੇ ਵਿੱਚੋਂ ਪ੍ਰੋਫਿਟ ਹੋਊਗਾ ਉਹ ਪ੍ਰੋਫਿਟ ਜਿਹੜਾ ਐਕਚੁਅਲ ਸੈਲਰ ਹੈ ਉਹਨੂੰ ਜਾਊਗਾ, ਠੀਕ ਹੈ। ਹੁਣ ਕੀ ਕੀਤਾ ਕਿ ਜਿਹੜੇ ਬਾਇਰਸ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸੈਲਰਸ ਰੀਅਲਟਰਸ ਕਰਦੇ, ਕਿਉਂਕਿ ਐਡਵਾਈਸ ਤਾਂ ਰੀਅਲਟਰਸ ਦੀ ਹੀ ਹੁੰਦੀ ਹੈ, ਪ੍ਰੋਫੈਸ਼ਨਲ ਹੁੰਦੇ ਆ ਉਹ। ਬਾਇਰਸ ਇਹ ਕਹਿੰਦੇ ਆ ਕਿ ਆਹ ਜਿਹੜਾ ਸੈਕਸ਼ਨ 20A ਹੈ ਇਹਨੂੰ ਭਾਈ ਕੱਟ ਦੇ, ਤੂੰ ਕੱਟ ਕੇ ਉੱਤੇ ਜਿਹੜੇ ਸੈਲਰ ਦੇ ਇਨੀਸ਼ੀਏਟ ਕਰਵਾ ਲਾ, ਬੰਦਾ ਮਤਲਬ ਕਿ ਸੈਲਰ ਸ਼ੁੱਡ ਨੋ ਐਟ ਕੇ ਅਸੀਂ ਇਹਨੂੰ ਜਿਹੜਾ ਕੱਟਿਆ ਹੈਗਾ, ਆਪ ਵੀ ਇਨੀਸ਼ੀਅਲ ਕਰਤੇ। ਬਟ ਕਾਉਂਸਲ ਦੇ ਨਾਲ ਇਹਨੂੰ ਹੋਰ ਪੱਕਾ ਕੰਮ ਕਰਨ ਲਈ ਇੱਕ ਨੋਟਿਸ ਟੂ ਦਾ ਸੈਲਰ, ਇੱਕ 1 ਪੇਜ ਫਾਰਮ ਹੈ ਉਹ ਐਡ ਕਰਤਾ, ਜਿਹਦੇ ਵਿੱਚ ਗੱਲ ਪੂਰੀ ਹੋ ਜਾਂਦੀ ਹੈ ਕਿ ਜਿਹੜਾ ਸੈਲਰ ਹੈ ਇਸ ਚੀਜ਼ ਨੂੰ ਸਮਝਦਾ ਹੈਗਾ ਕਿ ਜੇਕਰ ਬਾਇਰ ਹੈ ਉਹ ਜੇ ਕੰਪਲੀਟ ਕਰਨ ਤੋਂ ਪਹਿਲਾਂ ਕਿਸੇ ਹੋਰ ਨੂੰ ਪ੍ਰਾਪਰਟੀ ਵੇਚਣਾ ਚਾਹੁੰਦਾ ਤਾਂ ਮੈਨੂੰ ਇਹਦੇ 'ਤੇ ਕੋਈ ਇਤਰਾਜ਼ ਨਹੀਂ ਹੋਊਗਾ ਤੇ ਇਸ ਤੋਂ ਹੋਣ ਵਾਲਾ ਜਿਹੜਾ ਮੁਨਾਫਾ ਹੈ, ਜਿਹੜਾ ਪ੍ਰੋਫਿਟ ਹੈ, ਉਹ ਵੀ ਮੈਂ ਨਹੀਂ ਲਊਂਗਾ। ਸੋ ਇਹ ਜਿਹੜੀ ਪਿਛਲੀ ਜਿਹੜੀ ਹੈ 18 ਵਾਲੀ ਉਹਦੇ ਵਿੱਚ ਸੀਗਾ, ਤੇ ਹੁਣ ਜਿਹੜਾ ਹੈਗਾ ਕਿ ਨਵੇਂ ਐਕਟ ਦੇ ਵਿੱਚ ਉਹ ਹੈਗਾ ਕਿ 1 ਈਅਰ ਤੱਕ ਜੇ ਤੁਸੀਂ ਸੈੱਲ ਕਰਦੇ ਆ ਬਿਫੋਰ 12 ਮੰਥਸ ਤਾਂ ਉਹ ਐਜ਼ ਏ ਫਲਿੱਪਿੰਗ ਗਿਣੀ ਜਾਊਗੀ, ਠੀਕ ਹੈ। ਜੇ ਤੁਸੀਂ ਉਸ ਨੂੰ ਫਲਿੱਪਿੰਗ ਉਹ ਕਰਨੀ ਹੈ ਤਾਂ ਉਹਦੇ ਵਿੱਚੋਂ ਹੁਣ ਜਿਹੜਾ ਮੁਨਾਫਾ ਹੈ, ਮੰਨ ਲਓ 1 ਮਿਲੀਅਨ ਦੀ ਪ੍ਰਾਪਰਟੀ ਹੈਗੀ ਹੈ ਤੇ ਅੱਗੇ 1.2 ਦੀ ਵਿਕਦੀ ਹੈ, ਸੋ 2 ਲੱਖ ਤੇ ਜਿਹੜਾ ਉਹ ਗਵਰਨਮੈਂਟ ਨੇ ਅਜੇ ਟੈਕਸ ਇਹਦੇ 'ਤੇ ਨਿਰਧਾਰਿਤ ਨਹੀਂ ਕੀਤਾ, ਜੋ ਮੈਂ ਸਮਝਦਾ ਕਿ ਕਾਫੀ ਹਾਈ ਟੈਕਸ ਹੋਊਗਾ ਇਹ। ਸੋ ਬੇਸਿਕਲੀ ਇਸ ਫਲਿੱਪਿੰਗ ਨੂੰ ਡਿਸਕਰੇਜ ਕਰਨ ਦਾ ਜਿਹੜਾ ਇੱਕ ਤਰ੍ਹਾਂ ਦਾ ਸਰਕਾਰ ਦਾ ਹੀਲਾ ਹੈਗਾ। ਸੋ ਹੁਣ ਵਾਲੇ ਇਸ ਬਜਟ ਦੇ ਵਿੱਚ ਬਹੁਤ ਸਾਰੇ ਛੋਟੇ ਸਟੈਪਸ ਜਿਹੜੇ ਹੈਗੇ ਆ, ਜਿਹੜੇ ਗਵਰਨਮੈਂਟ ਨੇ ਪਾਏ ਆ ਤਾਂ ਕਿ ਹਾਊਸਿੰਗ ਅਫੋਰਡੇਬਿਲਟੀ ਵਧਾਈ ਜਾ ਸਕੇ ਤੇ ਆਮ ਜਿਹੜੇ ਹੈਗੇ ਆ ਲੋਕਾਂ ਨੂੰ ਘਰ ਹੈ ਉਹ ਮੁਹੱਈਆ ਹੋ ਸਕਣ। ਸੋ ਕਾਫੀ ਇਟਸ ਅ ਬਲੈਂਡ ਆਫ ਡਿਫਰੈਂਟ ਸਟੈਪਸ, ਠੀਕ ਹੈ, ਜਿਹਦੇ ਵਿੱਚੋਂ ਇਹ ਫਲਿੱਪਿੰਗ ਵਾਲਾ ਜਿਹੜਾ ਹੈਗਾ ਇਟਸ ਐਂਟੀ ਫਲਿੱਪਿੰਗ ਟੈਕਸ ਹੈ ਇਹਦਾ ਪੂਰਾ ਜਿਹੜਾ ਨਾਂ ਹੈ। ਅਜੇ ਇਹਦੀ ਪਰਸੈਂਟੇਜ ਹੈ ਉਹ ਨਿਰਧਾਰਿਤ ਗਵਰਨਮੈਂਟ ਨੇ ਅੱਗੇ ਕਰਨੀ ਹੈਗੀ ਆ। ਮਤਲਬ ਜੇ ਇੱਕ ਬੰਦੇ ਨੇ
ਮਿਲੀਅਨ ਦਾ 10 ਲੱਖ ਦਾ ਘਰ ਲੈ ਲਿਆ ਤੇ ਉਹਨੇ 11ਵੇਂ ਮਹੀਨੇ ਦੇ ਵਿੱਚ ਜਾ ਕੇ ਉਹਨੂੰ 1.5 ਲੱਖ ਦਾ ਵੇਚ ਦਿੱਤਾ ਤਾਂ ਉਹਦੇ ਉੱਤੇ ਹਾਈ ਟੈਕਸ ਉਹਨੂੰ ਦੇਣਾ ਪਊਗਾ। ਜੇ ਉਹ ਸਾਲ ਤੋਂ ਬਾਅਦ ਵੇਚਦਾ ਹੈ ਤਾਂ ਫਿਰ ਉਹ ਟੈਕਸ ਨਹੀਂ ਦੇਣਾ ਪਊਗਾ। ਫਿਰ ਨਹੀਂ ਦੇਣਾ ਪੈਂਦਾ। ਮੈਂ ਕਹਿੰਦਾ ਜੀ 11 ਮਹੀਨੇ ਤੇ 29ਵੇਂ ਦਿਨ ਵੀ ਜੇ ਉਹਨੇ ਵੇਚਤਾ ਤਾਂ ਉਸ ਕੈਟਾਗਰੀ ਦੇ ਫਲਿੱਪਿੰਗ ਐਂਟੀ ਫਲਿੱਪਿੰਗ ਕੈਟਾਗਰੀ ਦੇ ਵਿੱਚ ਆਊਗਾ ਉਹ। ਤੇ ਜੇਕਰ ਉਹ ਇੱਕ ਦਿਨ ਉੱਪਰ ਵੇਚਦਾ ਹੈਗਾ ਤਾਂ ਦੈਨ ਡੈਫੀਨੇਟਲੀ ਉਹਦਾ ਜਿਹੜਾ ਕਾਗਜ਼ ਪੱਤਰ ਜਿਹੜਾ ਸ਼ੁਰੂ ਹੁੰਦਾ ਹੈ ਜਾਂ ਉਹਦਾ ਕੰਟਰੈਕਟ ਆਫ ਪਰਚੇਜ ਐਂਡ ਸੇਲ ਜਿਹੜੀ ਤਰੀਕ ਨੂੰ ਸਾਈਨ ਕਰਦਾ ਹੈ ਉਹ 12 ਮਹੀਨਿਆਂ ਤੋਂ ਬਾਅਦ ਕਰਦਾ ਤਾਂ ਉਹਨੂੰ ਕੋਈ ਟੈਕਸ ਜਿਹੜਾ ਉਹ ਨਹੀਂ ਲੱਗੂਗਾ। ਇੱਕ ਹੋਰ ਗੱਲ ਇਹਦੇ ਵਿੱਚ ਸਾਨੂੰ ਸਮਝਾਇਓ, ਫੋਰਨ ਬਾਇਰ ਦੇ ਉੱਤੇ ਬਹੁਤ ਸਾਰਾ ਗੱਲਬਾਤ ਹੋ ਰਹੀ ਹੈ ਕਿ ਫੋਰਨ ਬਾਇਰ ਨੂੰ ਰੋਕਿਆ ਜਾ ਰਿਹਾ ਹੈ ਵੀ ਕਹਿੰਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿਹੜੇ ਇੱਥੇ ਦੇ ਸਿਟੀਜ਼ਨ ਨਹੀਂ ਆ ਉਹ ਆ ਕੇ ਅੰਨਾ ਪੈਸਾ ਮਾਰਕੀਟ ਦੇ ਵਿੱਚ ਸਿੱਟ ਦਿੰਦੇ ਆ ਤਾਂ ਰੇਟ ਵਧਾ ਦਿੰਦੇ ਆ। ਬੰਦਾ ਇੱਕ ਚੀਜ਼ 2 ਮਿਲੀਅਨ ਦੀ ਲੈਂਦਾ, ਉਹ ਕਹਿੰਦੇ ਨਹੀਂ ਅਸੀਂ 2.5 ਮਿਲੀਅਨ ਦਿੰਦੇ ਇਹ ਚੀਜ਼ ਸਾਡੀ। ਇਹਦਾ ਅਸਰ ਡਾਊਨਟਾਊਨ ਵੈਨਕੂਵਰ ਹੀ ਹੁੰਦਾ, ਉਹ ਸਾਰੇ ਰੇਟ ਵੱਧਦੇ ਆ, ਜਾਂ ਇੱਥੇ ਜਦੋਂ ਆਮ ਘਰਾਂ ਦਾ ਲੈਣ ਦੇਣ ਹੁੰਦਾ ਇਹਦੇ ਵਿੱਚ ਵੀ ਜਿਹੜੀ ਆਫਰ ਪਾਉਣ ਵਾਲੇ ਫੋਰਨ ਬਾਇਰ ਹੁੰਦੇ ਆ ਸਰੀ ਦੇ ਵਿੱਚ? ਸੋਤਾ ਸਾਹਿਬ, ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜੀ ਇੱਕ ਧਾਰਨਾ ਤੇ ਮੈਂ ਚੱਲਿਆ ਉਹ ਹੈ ਕਿ ਨੀਤ ਤੇ ਨੀਤੀ ਤੇ ਨੀਅਤ। ਇਹਦੇ ਵਿੱਚ ਜਿਹੜਾ ਤੁਹਾਡਾ ਪੁਆਇੰਟ ਹੈ ਇਹਦੇ ਵਿੱਚ ਸਰਕਾਰ ਦੀ ਨੀਅਤ ਤੇ ਕੋਈ ਸ਼ੱਕ ਨਹੀਂ, ਬਟ ਨੀਤੀ ਜਿਹੜੀ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਇੰਨੀ ਕਾਮਯਾਬ ਹੈਗੀ ਹੈ ਜਾਂ ਇਹਦੇ 'ਤੇ ਹੋਰ ਕੰਮ ਕਰਨ ਦੀ। ਹਾਂ ਦੇਖੋ, ਮੈਂ ਜਿਵੇਂ ਕਿਹਾ ਕਿ ਇਟਸ ਬਲੈਂਡ ਆਫ, ਕਿਸੇ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ, ਪ੍ਰੋਗਰਾਮ ਨੂੰ, ਪਾਲਿਸੀ ਨੂੰ ਕਾਮਯਾਬ ਬਣਾਉਣਾ ਤਾਂ ਕਿਸੇ ਇੱਕ ਚੀਜ਼ ਨਾਲ ਨਹੀਂ ਹੋ ਸਕਦੀ, ਉਹਦੇ ਵਿੱਚ ਬਲੈਂਡ ਆਫ ਫੈਕਟਰਸ ਜਿਹੜੇ ਉਹ ਕੰਮ ਕਰਦੇ ਹੈਗੇ ਆ। ਫਾਰਨ ਬਾਇਰਸ ਦਾ ਜਿਹੜਾ ਗਵਰਨਮੈਂਟ ਦਾ ਜਿਹੜਾ ਆਮ ਕਮਿਊਨਿਟੀ ਨੂੰ, ਆਮ ਲੋਕਾਂ ਨੂੰ ਜਿਹੜਾ ਇੰਪਰੈਸ਼ਨ ਇਹ ਹੈ ਕਿ ਜੀ ਬਾਹਰੋਂ ਆ ਕੇ ਬੰਦੇ ਪਤਾ ਨਹੀਂ ਕਿੰਨੀਆਂ ਪ੍ਰਾਈਸ ਵਧਾ ਦਿੰਦੇ ਹੈਗੇ ਆ। 1 ਜਾਂ 2% ਮੈਕਸੀਮਮ ਹੈਗਾ, ਠੀਕ ਹੈ। ਬਾਹਰੋਂ ਜਿਹੜੇ ਲੋਕ ਆਉਂਦੇ ਹੈਗੇ ਆ ਉਹਨਾਂ ਦੇ ਵਿੱਚੋਂ, ਜੋ ਮੈਂ ਕੱਲ੍ਹ ਹੀ ਇਹ ਸਟੱਡੀ ਕਰ ਰਿਹਾ ਸੀ ਕਿ 80% ਇਨਵੈਸਟਮੈਂਟ ਪਰਪਸ ਨਾਲ ਆਉਂਦੇ, ਠੀਕ ਹੈ। ਉਹਨਾਂ ਨੇ ਜੇ ਵੈਨਕੂਵਰ ਨਹੀਂ ਇਨਵੈਸਟਮੈਂਟ ਕਰਨੀ, BC 'ਚ ਨਹੀਂ ਕਰਨੀ, ਅਲਬਰਟਾ 'ਚ ਕਰ ਲੈਣਗੇ, ਠੀਕ ਹੈ। ਜਾਂ ਜੇ ਕੈਨੇਡਾ 'ਚ ਨਹੀਂ ਕਰਨ ਦੇਣੀ ਤਾਂ ਕਿ ਆਸਟ੍ਰੇਲੀਆ 'ਚ ਕਰ ਲੈਣਗੇ, ਕਿਸੇ ਹੋਰ ਕੰਟਰੀ 'ਚ ਕਰ ਲੈਣਗੇ, ਠੀਕ ਹੈ। ਉਹਨਾਂ ਨੇ ਤਾਂ ਪੈਸਾ ਇਨਵੈਸਟ ਕਰਨਾ ਹੈਗਾ, ਪ੍ਰੋਫਿਟ ਕਮਾਉਣਾ ਹੈਗਾ। ਸੋ ਇਹਦੇ ਵਿੱਚ ਕੋਈ ਇੰਨਾ ਵੱਡਾ ਫਰਕ ਨਹੀਂ ਪੈਣ ਵਾਲਾ। ਬਟ ਹਾਂ, ਕੁਛ ਹੱਦ ਤੱਕ ਜਿਹੜਾ ਉਹ ਸਰਕਾਰ ਦਾ ਜਿਹੜਾ ਹੀਲਾ ਹੈ ਉਹ ਮੈਂ ਕਹਿੰਦਾ ਉਹ ਕਾਮਯਾਬੀ ਵਾਲੇ ਪਾਸੇ ਹੈਗਾ। ਅਤੇ ਬਾਕੀ ਜਿਹੜਾ ਇਹ ਹੈਗਾ ਕਿ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਅਤੇ ਨਾਨ ਰੀਕ੍ਰੀਏਸ਼ਨਲ ਪ੍ਰੋਪਰਟੀ ਦੇ ਉੱਤੇ ਜਿਹੜਾ ਉਹ ਟੈਕਸ ਲੱਗਣਾ ਫੋਰਨ ਬਾਇਰਸ ਦਾ। ਸੋ ਅੱਜ ਹੀ ਮੈਨੂੰ ਕੋਈ ਗੱਲ ਕਰ ਰਿਹਾ ਸੀ ਕਿ ਨਾਨ ਰੀਕ੍ਰੀਏਸ਼ਨ ਦਾ ਮਤਲਬ ਰੀਕ੍ਰੀਏਸ਼ਨਲ ਪ੍ਰੋਪਰਟੀ 'ਤੇ ਨਹੀਂ ਲੱਗੂਗਾ, ਨਾਨ ਰੈਕ 'ਤੇ ਲੱਗੂਗਾ ਅਤੇ ਰੈਜ਼ੀਡੈਂਸ਼ੀਅਲ 'ਤੇ ਲੱਗੂਗਾ, ਠੀਕ ਹੈ। ਅਤੇ ਜੇ ਰੀਕ੍ਰੀਏਸ਼ਨਲ ਹੈਗੀ ਆ ਉਹਦੇ 'ਤੇ ਨਹੀਂ ਲੱਗੂਗਾ। ਤਾਂ ਉਹ ਬੰਦੇ ਕਹਿੰਦੇ ਯਾਰ ਲੋਕਾਂ ਨੇ ਘਰ ਲੈ ਕੇ ਉੱਤੇ ਮਾੜਾ ਮੋਟਾ ਕੋਈ ਰੀਕ੍ਰੀਏਸ਼ਨ ਦਾ, ਉੱਥੇ ਮੰਨ ਲਓ ਕੋਈ ਤੁਸੀਂ ਉੱਥੇ ਆਪਣਾ ਖੋਲ੍ਹ ਲਿਆ, ਜਿਮ ਖੋਲ੍ਹ ਲਿਆ ਜਾਂ ਕੋਈ ਇਸ ਤਰ੍ਹਾਂ ਦਾ ਜਿੱਥੇ ਰੀਕ੍ਰੀਏਸ਼ਨਲ ਐਕਟੀਵਿਟੀ ਹੈ ਉਹਦੇ 'ਤੇ ਟੈਕਸ ਨਹੀਂ ਲੱਗੂਗਾ। ਸੋ ਮੈਂ ਸਮਝਦਾ ਵੀ ਲੋਕ ਪਹਿਲਾਂ ਹੀ ਸੋਚੀ ਬੈਠੇ ਹੁੰਦੇ ਆ ਕਿ ਇਸ ਸਮੱਸਿਆ ਦਾ ਹੱਲ ਕੀ ਹੈਗਾ ਇਹ, ਠੀਕ ਹੈ ਨਾ। ਬਟ ਅਗੇਨ ਚਲੋ ਮੈਂ ਐਪਰੀਸ਼ੀਏਟ ਕਰਦਾ ਕਿ ਸਰਕਾਰ ਦੀ ਨੀਅਤ ਇਸ ਸੰਬੰਧ ਵਿੱਚ ਠੀਕ ਹੈ, ਕੁਛ ਇੱਕ ਹੱਦ ਤੱਕ ਉਪਰਾਲਾ ਠੀਕ ਹੈ, ਬਟ ਫੋਰਨ ਬਾਇਰਸ ਦਾ ਮਾਰਕੀਟ ਦੇ ਉੱਤੇ ਇੰਨਾ ਕੋਈ ਅਸਰ ਨਹੀਂ। ਬਾਕੀ ਉਂਝ ਲੋਕਾਂ ਦੇ ਵਿੱਚ ਜ਼ਰੂਰ ਹੈਗਾ ਕਿ ਇਸ ਦਾ ਅਸਰ ਜਿਹੜਾ ਪੈਂਦਾ, ਬਟ ਜੇ ਸਟੈਟਿਸਟਿਕਲੀ ਜੇਕਰ ਤੁਸੀਂ ਦੇਖੋ ਤਾਂ ਮੈਂ ਸਮਝਦਾ ਕਿ 2 ਜਾਂ 3% ਤੋਂ ਵੱਧ ਇਸ ਦਾ ਟੋਟਲ ਮਾਰਕੀਟ ਦੇ ਉੱਤੇ ਅਸਰ ਨਹੀਂ ਹੁੰਦਾ ਗਾ, ਠੀਕ ਹੈ। 80% ਜਿਹੜੇ ਇਨਵੈਸਟਮੈਂਟ ਪਰਪਸ ਨਾਲ ਆ ਉਹ ਕੱਢ ਦਿਓ, ਅਤੇ ਜਿਨ੍ਹਾਂ ਨੇ 20% ਹੈ ਉਹਨਾਂ ਨੇ ਰਹਿਣਾ ਹੈਗਾ, ਉਹ ਨਿਊਟਰਲ ਜੀ ਹੋ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਸਟੂਡੈਂਟਸ ਆ ਰਹੇ ਆ ਜਾਂ ਹੋਰ ਬਾਹਰੋਂ, ਮੇਰੇ ਲੜਕੇ ਨੇ ਕੂਨਜ਼ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ ਅਤੇ ਉੱਥੇ 70% ਜਿਹੜੇ ਸ਼ੇਖਾਂ ਦੇ ਜਾਂ ਦੂਸਰੇ ਅਮੀਰ ਸਾਹਿਬਜ਼ਾਦੀਆਂ, ਠੀਕ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਇਸ ਚੀਜ਼ ਨਾਲ ਪੈਂਦਾ ਗਾ ਜਿਹਨੇ ਇਨਵੈਸਟਮੈਂਟ ਕਰਨੀ ਹੈ। ਇਹਦੇ ਨਾਲ ਮੈਂ ਇੱਕ ਛੋਟੀ ਐਗਜ਼ਾਮਪਲ, 6 ਮਹੀਨੇ ਦੀ ਗੱਲ ਹੈ, ਸੋਤਾ ਸਾਹਿਬ, ਦਿੱਲੀ ਤੋਂ ਇੱਕ ਬੰਦਾ ਜਿਹੜਾ ਉਹ ਬਿਜ਼ਨਸਮੈਨ ਸੀ ਅਤੇ ਮੈਨੂੰ ਕਹਿੰਦਾ ਜੀ ਸਾਨੂੰ ਕੋਈ ਇੱਥੇ ਪ੍ਰੋਪਰਟੀ ਦਵਾਓ ਤੁਸੀਂ, ਅਸੀਂ ਖਰੀਦਣੀ ਹੈਗੀ ਹੈ। ਤਾਂ ਉਹਦੇ 'ਤੇ ਮੈਂ ਕਿਹਾ ਜੀ 15% ਤੁਹਾਨੂੰ ਦੇਣਾ ਪੈਣਾ, ਤੁਸੀਂ ਬਾਹਰ ਕਿਤੇ। ਉਹ ਕਹਿੰਦਾ ਭਾਜੀ ਛੱਡੋ, ਤੁਸੀਂ 15% ਦੀ ਕਿਹੜੀ ਗੱਲ ਹੈ, ਪੈਸੇ ਲਾਉਣਾ ਤਾਂ ਕੋਈ ਪਰਵਾਹ ਨਹੀਂ। ਸੋ ਫੋਰਨ ਜਿਹੜੇ ਬਾਹਰ ਜਿਹੜੇ ਹੈਗੇ ਆ ਉਹ ਟੈਕਸ ਬਾਰੇ ਬਹੁਤੇ ਚਿੰਤਤ ਨਹੀਂ, ਉਹਨਾਂ ਨੂੰ ਪ੍ਰੋਪਰ ਲੋਕੇਸ਼ਨ ਅਤੇ ਪ੍ਰੋਪਰ ਜਿਹੜੀ ਪ੍ਰੋਪਰਟੀ ਚਾਹੁੰਦੇ ਉਹ ਮਿਲ ਜੇ। ਸੋ ਉਹ ਜਿਹੜੇ 20% ਹੈਗੇ ਆ ਉਹਨਾਂ ਨੂੰ ਇਸ ਚੀਜ਼ 'ਤੇ ਰਹਿਣ ਵਾਸਤੇ ਕੋਈ ਫਰਕ ਨਹੀਂ ਪੈਂਦਾ। 80% ਇਨਵੈਸਟਮੈਂਟ ਕਿਤੇ ਹੋਰ ਵੀ ਕਰ ਸਕਦੇ ਅਦਰ ਦੈਨ ਕੈਨੇਡਾ। ਨਾਲ ਮੈਂ ਇਹ ਕਹਿਣਾ ਕਿ ਗੁੱਡ ਗਵਰਨੈਂਸ ਦੇ ਵਿੱਚ ਇਹ ਹੁੰਦਾ ਹੈਗਾ ਕਿ ਤੁਸੀਂ ਜਿਹੜੀ ਫੋਰਨ ਇਨਵੈਸਟਮੈਂਟ ਹੈ ਉਹਨੂੰ ਐਨਕਰੇਜ ਕਰੋ। ਕੋਈ ਗਵਰਨਮੈਂਟ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੀ ਕਿ ਉਹ ਫੋਰਨ ਇਨਵੈਸਟਮੈਂਟ ਹੈ ਉਸ ਨੂੰ ਡਿਸਕਰੇਜ ਕਰੇ, ਐਂਡ ਰੀਅਲ ਸਟੇਟ ਇਜ਼ ਵਨ ਆਫ ਦੈਮ। ਰੀਅਲ ਸਟੇਟ ਬੇਸਿਕਲੀ ਲੌਬਿੰਗ ਦੇ ਵਿੱਚ ਅਤੇ ਗਵਰਨਮੈਂਟ ਨੂੰ, ਹਰ ਪਾਰਟੀ ਨੂੰ ਫੰਡਿੰਗ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਸੋ ਮੈਂ ਸਮਝਦਾ ਕਈ ਵਾਰੀ ਗੱਲਾਂ ਇਹ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ, ਬਟ ਉਮੀਦ ਹੈ ਕਿ ਚਲੋ ਆਪਾਂ ਨੂੰ ਇਹ ਹੈ ਕਿ ਆਮ ਲੋਕਾਂ ਤੱਕ ਕਰ ਦੀ ਜਿਹੜੀ ਉਹ ਘਰਾਂ ਦੀ ਪਹੁੰਚ ਹੋਵੇ ਅਤੇ ਇਹ ਲਾਗੂ ਹੋਵੇ। ਬਹੁਤ ਬਹੁਤ ਮਿਹਰਬਾਨੀ।
ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਆਉਣ ਲਈ, ਸ਼ੁਕਰੀਆ ਜੀ। ਦੋਸਤੋ, ਗਿੱਲ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ, ਬਹੁਤ ਸਾਰੀ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਫਲਿੱਪਿੰਗ ਕੀ ਹੁੰਦੀ ਹੈ, ਸਰਕਾਰ ਇਹਦੇ ਬਾਰੇ ਕੀ ਸੋਚਦੀ ਆ, ਅਤੇ ਦੂਜੀ ਇਹ ਲੌਜਿਕ ਵੀ ਕਾਫੀ ਚੰਗਾ ਲੱਗਦਾ ਕਿ ਜਿਹੜਾ ਬੰਦਾ ਦਿੱਲੀ ਤੋਂ ਉੱਠ ਕੇ ਵੈਨਕੂਵਰ ਦੇ ਵਿੱਚ ਕੈਸ਼ ਘਰ ਲੈਣ ਬਾਰੇ ਸੋਚੀ ਬੈਠਾ, ਉਹਨੂੰ 15% ਟੈਕਸ ਵੀ ਕੁਛ ਨਹੀਂ ਕਹਿੰਦਾ, ਉਹ ਪੈਸਾ ਵੀ ਲਾ ਦੇਊਗਾ। ਮਾਮਲਾ ਫਿਰ ਉੱਥੇ ਦਾ ਉੱਥੇ ਹੀ ਆ ਕਿ ਜਿਹੜਾ ਪਹਿਲੀ ਵਾਰੀ ਘਰ ਖਰੀਦ ਰਿਹਾ ਉਹਦੇ ਲਈ ਅਫੋਰਡੇਬਿਲਿਟੀ ਕੀ ਹੈ, ਕੀ ਉਹਦੇ ਪਹੁੰਚ ਦੇ ਵਿੱਚ ਇਹ ਘਰ ਆਉਣਗੇ ਜਾਂ ਗੱਲਾਂ ਉਪਰੀਆਂ ਰਹਿ ਜਾਂਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਹੋਰ ਜ਼ਿਆਦਾ ਸਪਸ਼ਟ ਹੋਣਗੀਆਂ। ਕੈਮਰਾਮੈਨ ਅਮਿਤ ਪਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।